ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਨੇ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, C-TET, ਮਾਸਟਰ ਕੇਡਰ, NTT, ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੀ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਉਮੀਦ ਕਰਦਾ ਹਾਂ ਕਿ ਇਸ ਚੈਨਲ 'ਤੇ ਪਾਈਆਂ ਜਾਣ ਵਾਲੀਆਂ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਰਹਿੰਦੀਆਂ ਹੋਣਗੀਆਂ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੋਊਗਾ। ਸੋ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਬਾਕੀ ਦੇ ਫਰੈਂਡਸ ਤੱਕ ਆਪਣੀਆਂ ਇਹ ਵਾਲੀਆਂ ਵੀਡੀਓਜ਼ ਪਹੁੰਚ ਸਕਣ। ਸੋ ਇੱਕ ਨਵਾਂ ਸਿਸਟਮ ਜਿਹੜਾ ਸ਼ੁਰੂ ਕਰਨਾ ਹੈ ਕਿ ਪਹਿਲਾਂ ਆਪਾਂ ਜਿਹੜੀ ਥਿਊਰੀ ਹੈ ਉਹ ਕੰਪਲੀਟ ਕਰ ਲੈਣੀ, ਇਸ ਤੋਂ ਬਾਅਦ ਜਿਹੜੇ ਇਸ 'ਤੇ MCQ ਨੇ ਉਹ ਆਪਾਂ ਇਸ 'ਤੇ ਜਿਹੜੀ ਰਿਵੀਜ਼ਨ ਉਹ ਕਰਦੇ ਰਹਾਂਗੇ। ਠੀਕ ਹੈ, ਸੋ ਪਹਿਲਾਂ ਆਪਾਂ ਸਾਰੀਆਂ ਜਿਹੜੀਆਂ ਥਿਊਰੀਆਂ ਨੇ ਇਸ ਨਾਲ ਰਿਲੇਟਡ ਉਹ ਕੰਪਲੀਟ ਕਰਾਂਗੇ। ਸੋ ਇਸ ਤੋਂ ਬਾਅਦ ਜਿਹੜੀ ਹੈ ऑनलाइन क्लास ਜਿਹੜੀਆਂ MCQ ਦੇ ਵਿੱਚ ਰਹਿਣਗੀਆਂ ਤਾਂ ਕਿ ਇਸ ਸਿਲੇਬਸ ਨੂੰ ਜਲਦੀ ਤੋਂ ਜਲਦੀ ਖਤਮ ਕਰਕੇ ਫਿਰ ਇਸ ਦੀ ਆਪਣੀ ਜਿਹੜੀ ਪ੍ਰੈਕਟਿਸ ਹੈ ਉਸ ਨੂੰ ਸ਼ੁਰੂ ਕਰ ਸਕੀਏ। ਔਰ ਇਸ ਤੋਂ ਪਹਿਲਾਂ ਆਪਣੀ ਥਿਊਰੀ ਜਿਹੜੀ ਉਹ ਸਮਝਣੀ ਜ਼ਰੂਰੀ ਹੁੰਦੀ ਹੈ। ਸੋ ਇਸ ਲਈ ਪਹਿਲਾਂ ਆਪਾਂ ਥਿਊਰੀ ਹੀ ਜਿਹੜੀ ਹੈ ਉਹ ਡਿਸਕਸ ਕਰਾਂਗੇ। ਓਕੇ, ਸੋ ਅੱਜ ਦਾ ਸਾਡਾ ਟੌਪਿਕ ਰਹੂਗਾ ਚਾਈਲਡ ਡਿਵੈਲਪਮੈਂਟ ਦੇ ਅਧੀਨ ਜੋ ਕਿ BS ਟੈਟ ਐਗਜ਼ਾਮ ਦੇ ਲਈ ਹੈ ਇੰਟੈਲੀਜੈਂਸੀ। ਸੋ ਪਹਿਲਾਂ ਆਪਾਂ ਗੱਲ ਕੀਤੀ ਹੈ ਇੰਟੈਲੀਜੈਂਸੀ ਕਿ ਇੰਟੈਲੀਜੈਂਸੀ ਨੂੰ ਲੈ ਕੇ, ਬੁੱਧੀ ਨੂੰ ਲੈ ਕੇ ਕਿਹੜੇ ਮਨੋਵਿਗਿਆਨੀਆਂ ਨੇ ਆਪਣੇ ਸਿਧਾਂਤ ਪੇਸ਼ ਕੀਤੀ ਹੈ ਜਿਹਦੇ ਆਧਾਰ ਦੇ ਉੱਪਰ ਬੁੱਧੀ ਦੇ ਬਾਰੇ ਜਾਣਿਆ ਜਾ ਸਕਦਾ ਹੈ। ਸੋ ਅੱਜ ਦਾ ਜਿਹੜਾ ਟੌਪਿਕ ਰਹੂਗਾ ਕਿ ਇੱਕ ਬੁੱਧੀ ਜਿਹੜੀ ਹੈ ਉਸ ਨੂੰ ਨਿਰਧਾਰਿਤ ਕਰਨ ਦੇ ਲਈ ਕੁਝ ਅੰਕ, ਕੁਝ ਅਨੁਪਾਤ ਜਿਹੜੇ ਨੇ ਉਹ ਨਿਸ਼ਚਿਤ ਕੀਤੇ ਗਏ ਨੇ ਜਿਹਦੇ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਬੁੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਬੁੱਧੀ ਤੇਜ਼ ਹੈ, ਅਸੀਂ ਇੰਟੈਲੀਜੈਂਟ ਹੈਗੇ ਹਾਂ ਜਾਂ ਵੀਕ ਹੈਗੇ ਆਂਗੇ ਜਾਂ ਮੰਦਬੁੱਧੀ ਆ ਗਏ ਜਾਂ ਫਿਰ ਅਸੀਂ ਬਿਲਕੁਲ ਜਿਹੜਾ ਕਹਿ ਸਕਦੇ ਹਾਂ ਬੁੱਧੂ ਟਾਈਪ ਦੇ ਵਿੱਚ ਆ ਜਾਂਦੇ ਹਾਂ। ਉਸ ਨੂੰ ਸਮਝਣ ਦੇ ਲਈ ਕੁਝ ਬੁੱਧੀ ਲਬਧੀ ਮਾਨਸਿਕ ਅਨੁਪਾਤ ਰੱਖਿਆ ਗਿਆ ਜਾਂ ਇੰਟੈਲੀਜੈਂਸੀ ਕੁਇਕਸ ਜਾਂ ਮੈਂਟਲ ਰੇਸ਼ੋ ਦੇ ਨਾਮ ਨਾਲ ਜਾਣਿਆ ਹੈ। ਸੋ ਇਸ ਦੇ ਵਿੱਚੋਂ ਹਰ ਵਾਰ ਇੱਕ ਜਾਂ ਦੋ ਕੁਐਸਚਨ ਉਹ ਬਣਦੇ ਹੁੰਦੇ ਨੇ। ਸੋ ਸੁਭਾਵਿਕ ਹੈ ਇਸ ਚੈਪਟਰ ਦੇ ਵਿੱਚੋਂ ਮੀਨਸ ਇਸ ਪਾਰਟ ਦੇ ਵਿੱਚੋਂ ਇੱਕ ਕੁਐਸਚਨ ਹਰ ਹਾਲਤ ਦੇ ਵਿੱਚ ਆਵੇਗਾ ਹੀ ਆਵੇਗਾ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਜੀ। ਜਸਟ ਓਕੇ, ਸੋ ਗੱਲ ਕਰਾਂਗੇ ਅੱਜ ਅਸੀਂ ਇੰਟੈਲੀਜੈਂਸੀ ਨੂੰ ਨਿਸ਼ਚਿਤ ਕਰਨ ਦੇ ਲਈ ਕੁਝ ਅਨੁਪਾਤ ਜਿਹੜੇ ਨੇ ਉਹ ਨਿਸ਼ਚਿਤ ਕੀਤੇ ਗਏ ਨੇ ਜਿਹਦੇ ਆਧਾਰ ਦੇ ਉੱਪਰ ਅਸੀਂ ਪੂਰੀ ਜਿਹੜੀ ਸਾਡੀ ਇੰਟੈਲੀਜੈਂਸੀ ਹੈ ਉਸ ਨੂੰ ਮਾਪ ਸਕਦੇ ਹਾਂ, ਉਸ ਦਾ ਨਿਰੀਖਣ ਕਰ ਸਕਦੇ ਹਾਂ ਕਿ ਬੱਚੇ ਦੀ ਜਿਹੜੀ ਬੁੱਧੀ ਹੈ ਉਹ ਕਿਸ ਟਾਈਪ ਦੀ ਹੈਗੀ। ਸੋ ਇਸ ਨੂੰ ਮਾਪਣ ਦੇ ਲਈ ਜਿਹੜਾ ਹੈ IQ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਮੈਂਟਲ ਰੇਸ਼ੋ ਦੇ ਨਾਮ ਨਾਲ ਜਿਹੜਾ ਉਸ ਨੂੰ ਜਾਣਿਆ ਜਾਂਦਾ ਹੈਗਾ। ਓਕੇ, ਤਾਂ ਸਭ ਤੋਂ ਪਹਿਲਾਂ ਜਿਹੜਾ ਹੈ 1912 ਦੇ ਵਿੱਚ ਇੱਕ ਜਰਮਨ ਮਨੋਵਿਗਿਆਨੀ ਸੀਗਾ ਜਿਸ ਨੇ ਬੁੱਧੀ ਲਬਧੀ ਜਿਹਨੂੰ IQ ਸ਼ਬਦ ਦੀ ਜਿਹੜੀ ਉਹ ਵਰਤੋਂ ਕੀਤੀ ਸੀ। ਇਸ ਮਨੋਵਿਗਿਆਨੀ ਦਾ ਨਾਮ ਸੀਗਾ ਵਿਲਹੈਮ ਸਟਰਨ। ਸੋ ਇਸ ਨੇ ਜਿਹੜਾ ਹੈ ਇੱਕ ਇਸ ਕਨਸੈਪਟ ਨੂੰ ਪੇਸ਼ ਕੀਤਾ ਜਾਂ ਅਜਿਹਾ ਸ਼ਬਦ ਜਿਹੜਾ ਖੋਜ ਕੇ ਲਿਆਤਾ ਜਿਸ ਨੂੰ IQ ਦੇ ਨਾਲ ਸਮਝਿਆ ਜਾਂਦਾ ਸੀ ਜਾਂ ਬੁੱਧੀ ਲਬਧੀ ਜਿਹੜਾ ਕਿਹਾ ਜਾਂਦਾ ਸੀ। ਇਹ 1912 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀਗਾ ਔਰ ਇਸ ਤੋਂ ਸਾਡੀ ਜਿਹੜੀ ਬੁੱਧੀ ਦੀ ਲਬਧੀ ਹੈ ਜਾਂ ਮਾਨਸਿਕ ਅਨੁਪਾਤ ਹੈ ਜਿਹੜਾ ਉਸ ਨੂੰ ਸਮਝਣ ਦੇ ਵਿੱਚ ਮਦਦ ਮਿਲੀ ਸੀ। ਇਸ ਨੂੰ ਹੌਲੀ ਹੌਲੀ ਜਿਹੜਾ ਇੰਪਰੂਵਮੈਂਟ ਕੀਤਾ ਗਿਆ ਸੀ ਬਟ 1912 ਦੇ ਵਿੱਚ ਸਿਰਫ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਸੀਗੀ। ਇਹ ਚੀਜ਼ ਧਿਆਨ 'ਚ ਰੱਖਣਾ, ਕਾਫੀ ਇੰਪੋਰਟੈਂਟ ਹੈ ਚੈਪਟਰ। ਓਕੇ, ਸੋ ਸੰਨ 1916 ਦੇ ਵਿੱਚ IQ ਦਾ ਵਿਚਾਰ ਫਿਰ ਸਟੈਨਫੋਰਡ ਬਿਨੇ ਪ੍ਰੀਖਣ ਦੇ ਵਿੱਚ ਵਰਤਿਆ ਗਿਆ ਸੀ। ਸੋ ਪਹਿਲਾਂ ਜਿਹੜਾ ਹੈ 1912 ਦੇ ਵਿੱਚ ਇਕੱਲਾ ਸ਼ਬਦ ਜਿਹੜਾ ਯੂਜ਼ ਦੇ ਵਿੱਚ ਲਿਆਂਦਾ ਗਿਆ ਸੀ। ਫਿਰ ਇਸ ਤੋਂ ਬਾਅਦ 1916 ਦੇ ਵਿੱਚ ਯਾਨੀ ਕਿ 4 ਸਾਲ ਬਾਅਦ ਜਿਹੜਾ ਹੈ ਸਟੈਨਫੋਰਡ ਬਿਨੇ ਪ੍ਰੀਖਣ ਸੀਗਾ, ਟੈਸਟ ਲਿਆ ਗਿਆ ਸੀਗਾ ਜਿਹੜਾ ਕਿ ਬੁੱਧੀ ਨੂੰ ਮਾਪਣ ਦੇ ਲਈ, ਇੰਟੈਲੀਜੈਂਸੀ ਨੂੰ ਮਾਪਣ ਦੇ ਲਈ ਯੂਜ਼ ਕੀਤਾ ਗਿਆ ਸੀ। ਤਾਂ ਉਸ ਦੇ ਵਿੱਚ IQ ਸ਼ਬਦ ਜਿਹੜਾ ਹੈ ਉਸ ਦੇ ਉੱਪਰ ਵਿਚਾਰ ਕੀਤਾ ਗਿਆ ਸੀ ਅਤੇ ਇਸ ਟੈਸਟ ਦੇ ਵਿੱਚ ਇਸ ਦਾ ਪੂਰਾ ਜਿਹੜਾ ਕਹਿ ਸਕਦੇ ਨਾ ਨਿਰੀਖਣ ਕੀਤਾ ਗਿਆ ਸੀਗਾ IQ ਦਾ। ਠੀਕ ਹੈ, ਜਿਹਨੂੰ ਇੰਟੈਲੀਜੈਂਸੀ ਕੁਇਕਸ ਜਿਹੜਾ ਕਹਿ ਦਿੰਦੇ ਹੈਗੇ। ਸੋ ਬੁੱਧੀ ਲਬਧੀ ਜਿਹੜੀ ਹੈ ਉਹ ਇੱਕ ਸੂਚਕ ਹੈ ਬੁੱਧੀ ਦਾ ਜਿਹਨੂੰ IQ ਕਹਿ ਦਿੰਦੇ ਹੈਗੇ ਨੇਗੇ। ਇੱਕ ਸਾਡੀ ਇੰਟੈਲੀਜੈਂਸੀ ਨੂੰ ਮਾਪਣ ਦਾ ਇੱਕ ਇੰਡੈਕਸ ਜਾਂ ਇੰਡੀਕੇਟ ਹੈ ਜਿਹਦੇ ਥਰੂ ਅਸੀਂ ਸਾਡੀ ਬੁੱਧੀ ਦਾ IQ ਲੈਵਲ ਜਿਹੜਾ ਉਹ ਜਾਣ ਸਕਦੇ ਹਾਂ। ਤੁਸੀਂ ਅਕਸਰ ਡਾਕਟਰ ਨੂੰ ਜਾਂ ਅਕਸਰ ਮੂਵੀਜ਼ ਦੇ ਵਿੱਚ ਇਹ ਸ਼ਬਦ ਸੁਣੇ ਹੋਣਗੇ ਨੇ ਕਿ ਬੱਚੇ ਦਾ IQ ਲੋ ਹੈ
ਖਾਸ ਤੌਰ ਦੇ ਉੱਪਰ ਜਦੋਂ ਸਕੂਲ ਵਾਲਾ ਸੀਨ ਹੁੰਦਾ ਹੈ, ਪ੍ਰਿੰਸੀਪਲ ਨਾਲ ਹੈ ਨਾ ਪੇਰੈਂਟਸ ਦੀ ਮੀਟਿੰਗ ਹੁੰਦੀ ਹੈ ਕਿ ਤੁਹਾਡੇ ਬੱਚੇ ਦਾ ਜਿਹੜਾ IQ ਲੋ ਹੈ ਜਾਂ ਹਾਈ ਹੈ ਜਾਂ ਬਹੁਤ ਜ਼ਿਆਦਾ ਹਾਈ ਹੈ ਨਾ। ਸੋ ਇਹ ਚੀਜ਼ਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇੱਕ ਮੂਵੀ ਹੈ ਕ੍ਰਿਸ਼ ਔਰ ਕੋਈ ਮਿਲ ਗਿਆ ਨਾ। ਸੋ ਉਸ ਮੂਵੀ ਦੇ ਵਿੱਚ ਜਿਹੜਾ ਜ਼ਿਆਦਾ IQ ਲੈਵਲ ਦੀ ਜਿਹੜੀ ਉਹ ਗੱਲ ਕੀਤੀ ਗਈ। ਇਸ ਤੋਂ ਇਲਾਵਾ ਫੋਰਨ ਵਾਲੀ ਮੂਵੀਜ਼ ਦੇ ਵਿੱਚ ਮਿਲਦਾ ਹੈ। ਸੋ ਇਹ ਸਾਡੀ ਬੁੱਧੀ ਨੂੰ ਮਾਪਣ ਦਾ ਇੱਕ ਜ਼ਰੀਆ ਹੈ ਜਿਹਨੂੰ IQ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਓਕੇ, ਸੋ ਇਹ ਮਾਨਸਿਕ ਉਮਰ ਅਤੇ ਵਾਸਤਵਿਕ ਉਮਰ ਦਾ ਅਨੁਪਾਤ ਹੁੰਦਾ ਹੈ। ਇੱਕ ਸਾਡੀ ਇਹ ਦੋ ਤਰ੍ਹਾਂ ਦੀਆਂ ਸਾਡੀ ਉਮਰ ਹੁੰਦੀਆਂ ਨੇ। ਇੱਕ ਸਾਡੀ ਜਿਹੜੀ ਉਹ ਮਾਨਸਿਕ ਉਮਰ ਹੁੰਦੀ ਹੈ, ਦੂਸਰੀ ਜਿਹੜੀ ਵਾਸਤਵਿਕ ਜਾਣੀ ਸਾਡੀ ਕਿ ਅਸੀਂ ਕਿੰਨੇ ਸਾਲਾਂ ਦੇ ਹੋ ਚੁੱਕੇ ਹਾਂ ਨਾ ਜਨਮ ਤੋਂ ਬਾਅਦ। ਇੱਕ ਹੁੰਦੀ ਆ ਸਾਡੀ ਮਾਨਸਿਕ ਉਮਰ, ਇਹ ਅਲੱਗ ਹੁੰਦੀ ਹੈਗੀ ਆ। ਸੋ ਇਸ ਨੂੰ ਮਾਪਣ ਦੇ ਲਈ ਵੀ ਜਿਹੜਾ ਹੈ ਨਾ ਅਲੱਗ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਹੈਗੇ ਹੈਗੇ ਫਾਰਮੂਲਾ ਹੁੰਦਾ ਹੈ। ਸੋ ਉਹਦੇ ਆਧਾਰ ਦੇ ਉੱਪਰ ਅਸੀਂ ਸਾਡੀ ਜਿਹੜੀ ਮੈਂਟਲ ਉਮਰ ਹੈ ਉਸ ਨੂੰ ਜਾਣ ਸਕਦੇ ਹੁੰਦੇ ਹਾਂ, ਔਰ ਵਾਸਤਵਿਕ ਉਮਰ ਸਾਨੂੰ ਸਾਰਿਆਂ ਨੂੰ ਹੀ ਜਿਹੜੀ ਤਕਰੀਬਨ ਉਹ ਪਤਾ ਹੁੰਦੀ ਹੈ। ਔਰ ਇਹਨਾਂ ਦੋਨਾਂ ਦਾ ਅਨੁਪਾਤ ਜਿਹੜਾ ਬਣਦਾ ਹੈ ਸੋ ਉਸੇ ਨੂੰ ਹੀ IQ ਕਿਹਾ ਜਾਂਦਾ, ਅਤੇ ਉਹਦੇ ਆਧਾਰ ਦੇ ਉੱਪਰ ਹੀ ਸਾਡਾ IQ ਜਿਹੜਾ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ। ਸੋ ਮਾਨਸਿਕ ਉਮਰ ਦਾ ਸਾਡਾ ਮਤਲਬ ਹੈ ਕਿ ਉਹ ਉਮਰ ਜੋ ਪ੍ਰੀਖਣ ਤੋਂ ਪ੍ਰਾਪਤ ਹੋਈ ਹੈ। ਇਹਦੇ ਲਈ ਟੈਸਟ ਲਿਆ ਜਾਊਗਾ, ਠੀਕ ਹੈ, ਔਰ ਟੈਸਟ ਦੇ ਦੌਰਾਨ ਬੱਚਾ ਕਿਸ ਏਜ ਦਾ ਪਾਇਆ ਜਾਂਦਾ ਹੈ ਉਸ ਨੂੰ ਐਸਟੀਮੇਟ ਮੰਨਿਆ ਜਾਊਗਾ। ਇਸ ਤੋਂ ਬਾਅਦ ਵਾਸਤਵਿਕ ਉਮਰ ਜਿਹੜੀ ਸਾਡੀ ਅਸਲ ਉਮਰ ਹੁੰਦੀ ਹੈ ਸੋ ਉਸੇ ਨੂੰ ਹੀ ਕਿਹਾ ਜਾਂਦਾ ਹੈ, ਜਿਹਦੇ ਆਧਾਰ ਦੇ ਉੱਪਰ ਅਸੀਂ ਇਹਨਾਂ ਦਾ ਜਿਹੜਾ IQ ਉਹ ਲੱਭ ਸਕਦੇ ਹੈਗੇ ਆ। ਸੋ ਇਹ ਸਭ ਤੋਂ ਇੰਪੋਰਟੈਂਟ ਪਾਰਟ ਇੱਥੇ ਹੈ ਕਿ ਬੁੱਧੀ ਲੱਭਦੀ ਜਿਹੜੀ ਹੈ, ਸੋ ਬੁੱਧੀ ਨੂੰ ਲੱਭਣ ਦੇ ਲਈ ਜਿਹੜਾ ਕਹਿ ਸਕਦੇ ਹੈਗੇ ਆਂਗੇ ਕਿਹੜਾ ਫਾਰਮੂਲਾ ਜਿਹੜਾ ਉਹ ਯੂਜ਼ ਕੀਤਾ ਜਾਂਦਾ ਹੈ। ਸੋ ਅਗਰ ਅਸੀਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਇਸ ਦੇ ਲਈ ਥੋੜ੍ਹਾ ਜਿਹਾ ਇਹ ਟਾਈਪਿੰਗ ਦੇ ਵਿੱਚ ਇਸ ਤਰ੍ਹਾਂ ਫੌਂਟ ਨਹੀਂ ਆਉਂਦਾ ਸੀ, ਇਸ ਕਰਕੇ ਇਸ ਤਰ੍ਹਾਂ ਕਰਿਆ ਹੋਇਆ, ਠੀਕ ਹੈ। ਸੋ ਪਹਿਲਾਂ ਅਸੀਂ ਬੁੱਧੀ ਲੱਭਤਾ ਜਿਹੜੀ ਕਹਾਂਗੇ ਉਸ ਨੂੰ ਇਸ ਤਰੀਕੇ ਦੇ ਨਾਲ ਲਿਖਦੇ ਹੈਗੇ ਆਂਗੇ, ਠੀਕ ਹੈ। ਫਿਰ ਬਰਾਬਰ ਔਰ ਮਾਨਸਿਕ ਉਮਰ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਇਹ ਮਾਨਸਿਕ ਉਮਰ ਆ ਜਾਂਦੀ ਹੈ। ਨੀਚੇ ਜਿਹੜਾ ਕਹਿ ਸਕਦੇ ਹਾਂ ਵਾਸਤਵਿਕ ਉਮਰ ਆ ਜਾਂਦੀ ਹੈ, ਜੋ ਰੀਅਲ ਸਾਡੀ ਉਮਰ ਹੈਗੀ ਨਾ। ਔਰ ਇਸ ਤੋਂ ਬਾਅਦ ਗੁਣਾ 100 ਦੇ ਨਾਲ ਅਸੀਂ ਕਰਕੇ ਜਿਹੜਾ ਇਸ IQ ਨੂੰ ਬੜੀ ਆਸਾਨੀ ਦੇ ਨਾਲ ਫਾਈਂਡ ਆਊਟ ਕਰ ਸਕਦੇ ਹੈਗੇ ਆਂਗੇ। ਓਕੇ, ਸੋ ਇੰਗਲਿਸ਼ ਦੇ ਵਿੱਚ IQ ਬਰਾਬਰ MA ਮਤਲਬ ਮੈਂਟਲ ਏਜ ਔਰ ਬਟਾ CA ਯਾਨੀ ਕਿ ਸਾਡੀ ਵਾਸਤਵਿਕ ਰੀਅਲ ਏਜ ਜਿਹੜੀ ਹੈ ਉਹ ਕਿੰਨੀ ਹੈਗੀ ਔਰ ਗੁਣਾ ਜਿਹੜਾ ਅਸੀਂ 100 ਨਾਲ ਕਰ ਦੇਵਾਂਗੇ। ਇਸ ਤੋਂ ਬਾਅਦ ਜਿਹੜਾ ਵੀ ਪੁਆਇੰਟ ਸਾਡੇ ਕੋਲ ਜਿਹੜਾ ਵੀ ਅੰਕ ਆਵੇਗਾ ਉਹ ਸਾਡੀ IQ ਹੋਵੇਗਾ ਕਿ ਅਸੀਂ ਕਿੰਨੇ IQ ਦੇ ਵਿੱਚ ਆ, ਹਾਈ ਰੈਂਕ ਦੇ ਉੱਪਰ ਆ ਜਾਂ ਲੋ ਰੈਂਕ ਦੇ ਉੱਪਰ ਆ। ਸੋ ਉਦਾਹਰਨ ਦੇ ਲਈ ਅਸੀਂ ਇੱਥੇ ਸਮਝਦੇ ਹਾਂ, ਸੋ ਜਿਹਦੇ ਥਰੂ ਅਸੀਂ ਨਾ, ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਤੁਹਾਨੂੰ ਪੁੱਛ ਲਿਆ ਜਾਂਦਾ ਕਿ ਤੁਸੀਂ ਬੱਚੇ ਦਾ ਬੁੱਧੀ ਅੰਕ ਦੱਸੋ ਕਿੰਨਾ ਬਣਦਾ ਹੈ, ਠੀਕ ਹੈ। ਸੋ ਤੁਹਾਨੂੰ ਇਹ ਦੇ ਦਿੱਤੀ ਜਾਊਗੀ, ਮੈਂਟਲ ਏਜ ਦੇ ਦਿੱਤੀ ਜਾਊਗੀ ਔਰ ਵਾਸਤਵਿਕ ਉਮਰ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ, ਜਿਹਦੇ ਆਧਾਰ ਦੇ ਉੱਪਰ ਤੁਸੀਂ ਬੱਚੇ ਦਾ IQ ਕੱਢਣਾ ਹੋਊਗਾ। ਬਹੁਤ ਸੌਖਾ ਹੈ, ਠੀਕ ਹੈ। ਔਰ ਕਈ ਵਾਰ ਸਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਜਿਸ ਕਾਰਨ ਕਰਕੇ ਸਾਡੇ ਹੈ ਨਾ ਇੱਕ ਨੰਬਰ ਜਿਹੜਾ ਉਹ ਫਰੀ ਦਾ ਹੁੰਦਾ ਹੈ। ਛੋਟੀ ਜਿਹੀ ਪ੍ਰੈਕਟਿਸ ਦੇ ਨਾਲ ਅਸੀਂ ਸਿੱਖ ਸਕਦੇ ਹੁੰਦੇ ਹਾਂ, ਪਰ ਅਸੀਂ ਇਸ ਨੂੰ ਕਈ ਵਾਰ ਗਲਤ ਕਰ ਦਿੰਦੇ ਹੈਗੇ ਕਿਉਂਕਿ ਸਾਨੂੰ ਮੈਥ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਹਾਲਾਂਕਿ ਮੈਨੂੰ ਵੀ ਹੈ, ਬਟ ਇਹ ਇੱਕ ਸਭ ਤੋਂ ਸੌਖਾ ਮੈਥਡ ਹੈ, ਇਹਦੇ ਵਿੱਚ ਕੁਛ ਨਹੀਂ ਕਰਨਾ, ਬਹੁਤ ਸਿੰਪਲ ਹੈਗਾ ਗਾ। ਸੋ ਇੱਥੇ ਗੱਲ ਕੀਤੀ ਗਈ ਇਹਨਾਂ ਨੇ ਪਹਿਲਾਂ ਕਿ ਬੱਚਾ ਜੇਕਰ 4 ਸਾਲਾਂ ਦਾ ਹੈ, ਠੀਕ ਹੈ, ਔਰ ਉਸਦੀ ਉਮਰ ਜਿਹੜੀ ਹੈ ਉਹ 5 ਸਾਲਾਂ ਦੀ ਹੈ ਤਾਂ IQ ਲੈਵਲ ਜਿਹੜਾ ਹੈ ਉਹ ਕਿੰਨਾ ਰਹੇਗਾ, ਠੀਕ ਹੈ। ਇਸ ਨੂੰ ਕਿਸ ਤਰੀਕੇ ਨਾਲ ਗੱਲ ਕੀਤੀ ਸੀ ਆਪਾਂ ਕਿ ਪਹਿਲਾਂ ਅਸੀਂ ਕਹਾਂਗੇ ਕਿ IQ ਲਿਖ ਲਵਾਂਗੇ, ਠੀਕ ਹੈ, ਬਰਾਬਰ ਸੋ ਉਮਰ ਕਿੰਨੀ ਸੀਗੀ ਉੱਪਰਲੀ ਸਾਈਡ ਅਸੀਂ ਲਿਖਣੀ ਮਾਨਸਿਕ ਉਮਰ, ਠੀਕ ਹੈ। ਸੋ ਮਾਨਸਿਕ ਉਮਰ ਕਿੰਨੀ ਹੈਗੀ ਹੈ ਬੱਚੇ ਦੀ ਇੱਥੇ ਉੱਪਰ 5 ਸਾਲ, ਠੀਕ ਹੈ, 5 ਈਅਰ ਜਿਹੜਾ ਕਹਿ ਸਕਦੇ ਹਾਂ। ਔਰ ਵਾਸਤਵਿਕ ਜਾਂ ਰੀਅਲ ਉਮਰ ਜਿਹੜੀ ਕਿੰਨੀ ਹੈ ਉਹ ਬੱਚੇ ਦੀ ਇੱਥੇ ਦੱਸੀ ਹੈਗੀ ਹੈ 4 ਸਾਲ, ਓਕੇ, ਗੁਣਾ 100 ਕੀ ਕਰਨਾ ਸੀ। ਸੋ ਇੱਥੇ ਅਸੀਂ ਗੁਣਾ ਕਰਾਂਗੇ 5 ਨੂੰ, ਠੀਕ ਹੈ, 100 ਦੇ ਨਾਲ ਔਰ 100 ਦੇ ਨਾਲ ਸਾਨੂੰ 500 ਗੁਣਾ ਜਿਹੜਾ ਕਹਿ ਸਕਦੇ ਨੇ 500 ਪ੍ਰਾਪਤ ਹੋ ਗਿਆ। 500 ਨੂੰ ਅੱਗੇ ਜਿਹੜਾ ਹੈ 4 ਦੇ ਨਾਲ ਅਸੀਂ ਡਿਵਾਈਡ ਕਰ ਦੇਣਾ। ਬਹੁਤ ਸੌਖਾ ਤਰੀਕਾ ਹੈ, ਜਿਹਦੇ ਆਧਾਰ ਦੇ ਉੱਪਰ ਸਾਡੇ ਕੋਲ ਇਹ ਅੰਕ ਆ ਜਾਊਗਾ 125। ਤਾਂ ਸਾਡਾ IQ ਲੈਵਲ ਜਿਹੜਾ ਹੈ ਮੀਨਸ ਇਸ ਐਗਜ਼ਾਮਪਲ ਦੇ ਅਕੋਰਡਿੰਗ ਜਿਹੜਾ ਬੱਚੇ ਦਾ IQ ਲੈਵਲ ਹੈ ਉਹ 125 ਦੇ ਅਕੋਰਡਿੰਗ ਹੈਗਾ। ਸੋ ਮੀਨਸ ਕਿ ਬੱਚਾ ਹੈ ਨਾ, ਸੋ ਅੱਗੇ ਜਿਹੜੀ ਮੈਂ ਡਾਇਗਰਾਮ ਦੱਸਾਂਗਾ ਜਿਹਦੇ ਅਕੋਰਡਿੰਗ ਤੁਸੀਂ ਇਹ ਚੀਜ਼ ਨਿਰਧਾਰਿਤ ਕਰਨੀ ਹੋਊਗੀ ਕਿ ਬੱਚੇ ਦਾ ਜਿਹੜਾ IQ ਲੈਵਲ ਹੈ ਉਹ ਕਿੰਨਾ ਹੈ, ਕਿਸ ਤਰੀਕੇ ਦਾ ਹੈ, ਹਾਈ ਹੈ ਜਾਂ ਲੋ ਹੈ ਨਾ। ਸੋ ਪੂਰੀ ਡਾਇਗਰਾਮ ਦੇ ਵਿੱਚ ਤੁਸੀਂ ਸਮਝ ਸਕੋਗੇ। ਬਟ ਅਗਰ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਫਾਈਂਡ ਕਰੋਗੇ ਤਾਂ ਬਹੁਤ ਸੌਖਾ ਜਿਹੜਾ ਮੈਥਡ ਹੈਗਾ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ ਕਿ ਜੇ ਬੱਚੇ ਦੀ ਮੰਨ ਲਓ ਉਮਰ ਵਾਸਤਵਿਕ ਉਮਰ ਜਿਹੜੀ ਹੈਗੀ 10 ਸਾਲ ਦੀ ਹੈ, ਠੀਕ ਹੈ, ਔਰ ਮਾਨਸਿਕ ਉਮਰ ਜਿਹੜੀ ਉਸਦੀ 12 ਸਾਲ ਦੀ ਹੈਗੀ, ਠੀਕ ਹੈ। ਸੋ ਇਸ ਆਧਾਰ ਦੇ ਉੱਪਰ ਵੀ ਸੋ IQ, ਓਕੇ, ਵਾਸਤਵਿਕ ਉਮਰ ਕਿੰਨੀ ਹੈ 10 ਸਾਲਾਂ ਦੀ ਹੈ, ਸੋ ਵਾਸਤਵਿਕ ਉਮਰ ਜਿਹੜੀ ਹੈ ਇਹਨਾਂ ਨੇ ਦੱਸੀ ਹੈ 10 ਸਾਲ, ਓਕੇ। ਔਰ ਜਿਹੜੀ ਕਹਿ ਸਕਦੇ ਹੈਗੇ ਕਿ ਮੈਂਟਲ
उपरली साइड साडे कोले जिहड़ा मैंटल वाला है ना पार्ट आउंदा कि मैंटल जिहड़ी उम्र है जां मैंटल एज जिहड़ी है वो कितनी है, तो इसे गुणा करांगे असीं 100 दे नाल। ओके 100 नाल गुणा करांगे 12 नूं, तां साडे कोले 1200 जिहड़ा प्राप्त हो जाएगा। 1200 नूं अगे जो 10 नाल करांगे तां साडे कोले संख्या कितनी आ जाएगी, 120 आ जाएगी। तो साडा इत्थे IQ जिहड़ा है मीनस कि जिहड़ा बच्चा वास्तविक उम्र 10 साल दा है तो मैंटल एज उसकी 12 साल की है, तो वो आधार के उपर बच्चे का जोड़ा IQ लेवल होगा वो 120 अंक का होगा। सो ये अगली डायग्राम के विचों तुसीं समझ लोगे कि वह किस तरह की जी बुद्धि का मालक होगा। ओके सो ये दो क्वेश्चन ने जो तो बड़ा इंपॉर्टेंट रोल अदा करनगे PS टेट के, क्योंकि ये हर बार एक अद्धा क्वेश्चन आता होंगे। कई बार ये पूछ लेंदा है कि प्रतिभाशाली बच्चे का अंक कितना है, कई बार ये पूछ लेंदा है कि तुसीं इसका जोड़ा डाटा वो फाइंड करो, IQ लेवल जो फाइंड करो कितना बनता है। तो सब तो सौखा मैथड है, ठीक है। सो इस तरीके के असीं इस चीज़ को जान सकते हैं कि बच्चे का लेवल जो हाई है ਜਾਂ लो है। नैक्सट है सो ये अंक ने ये सारे जिहड़े नोट कर लैन ध्यान दे नाल। सो इस तो सब तो इंपॉर्टेंट जिहड़े क्वेश्चन बनते होंगे है नेगे, ठीक है। ये टर्मन के अकॉर्डिंग है। सो टर्मन के अकॉर्डिंग क्लासीफिकेशन की गई है IQ की कि कितना IQ वाला व्यक्ति कितना तेज़ या कितना जिहड़ा स्लो हो सकता होंदा है। ओके सो ये लिए है। सो सारा टेबल है, सारा रीड तुसी कर लेना है। सो काफ़ी इंपॉर्टेंट है 3-4 इसके विच। सो पहला होंदा है जिहड़ा कि सब तो हाई वाला होगा, एक जिहड़ा सब तो लास्ट वाला होगा, ये सब तो इंपॉर्टेंट रखणगे। हालांकि कोई भी क्वेश्चन आ सकता बट तुहाडे लिए ये सब तो इंपॉर्टेंट होणगे पहला तो लास्ट वाला। सो अगर असीं गल करिए 140 तो ਜਾਂ उस तो वध जेकर किसी बच्चे का IQ लेवल आउंदा असीं एज के अकॉर्डिंग और मैंटल एज के अकॉर्डिंग और तो वास्तविक एज के अकॉर्डिंग कढ लैंदे हाँ, तो वो आधार के उपर 140 ਜਾਂ उस तो वध आउंदा तो यदा मतलब की है बच्चे का IQ लेवल जिहड़ा वो प्रतिभाशाली है, जीनियस टाइप का है, यानी कि वो कोई विज्ञानी हो सकता है, साइंटिस्ट हो सकता है। सो उस इसनूं असीं रख लवांगे, ठीक है। सो ये जीनियस टाइप का होगा और प्रतिशत जिहड़ी इस दे विच रहेगी मैंटल की, सो 1.5 जिहड़ी इत्थे रहिंदी हैगी। ओके और अगर असीं गल करिए 120 तो 140 के विचकार, सो अगर मैंटल एज के अकॉर्डिंग या रियल एज के अकॉर्डिंग IQ लेवल जिहड़ा है 120 तो 140 के विचकार आउंदा है, तो यदा मतलब बच्चा जिहड़ा वो तीव्र या श्रेष्ठ बुद्धि वाला है, सुपीरियर है बट प्रतिभाशाली नहीं होगा, तेज़ है अपनी बुद्धि दे विच बहुत ज़्यादा, ठीक है। सो इसकी जिहड़ी परसेंटेज होगी वो 11.00 होगी। और तीसरे जिहड़ी स्टेज रहूगी जिस दे विच 110 तो लैके 120 तक दा जिहड़ा IQ जेकर बच्चे का आउंदा है डाटा कढ़न के उपर, तो वह श्रेष्ठ होगा, ब्राइट होगा, ठीक है। ज़्यादा जीनियस नहीं होगा या बड़ा सुपीरियर नहीं होगा बट ब्राइट होगा, अच्छा मतलब कि ना उसका IQ होगा। सो इस 18% जिहड़ा कह सकते हैं ना पाया जाता है। अगे आ जाता है चौथा, जेकर IQ लेवल 90 तो 110 के विचकार आता है तो बच्चा जिहड़ा है वो सधारण बुद्धि वाला, सो जिहदे विच ना साडे वर्गे छोटे छोटे जिहड़े आ जाते हैगे नेगे, सधारण या औसत बुद्धि या एवरेज वाला होगा जिहड़ा कि 48% के अधीन आउंदा हैगा। पंजवां होगा जिहड़ा कि 80 तो 90 जस तो नीचे वाले भी चले जाते हैं नेगे, जिन्होंने कह सकते हैं मंद बुद्धि या डल टाइप के जिहड़ा असीं कह सकते हैगे। सो ये 14% जिहड़ा सर ना IQ जिहड़ा मिलता हैगा 80 तो 90 के विच, ठीक है। इंपॉर्टेंट है सब तो ज़्यादा प्रतिभाशाली जिहड़ा बच्चा है उसका 140 तो वध होंदा हैगा। श्रेष्ठ बुद्धि जिहड़ा या ब्राइट वाला होगा 110 तो 120 विचकार होगा। सधारण बुद्धि जिहड़ी है 110 90 तो लेके 110 के विचकार होगी। और मंद बुद्धि जिहड़ा है वो 80 तो लेके 90 के विचकार होगा, जानी कि बिल्कुल डल जिहड़ा है ना कह सकते आप होगा इत्थे मंद बुद्धि जा। और इस तो इलावा 140 तो नीचे वाले जिहड़े बच्चे होंदे ने उन्होंने अड होर पार्ट्स के विच भी जिहड़ा वंडिया जाता है। सो अलग अलग तरीके ने। सो नैक्सट है उस स्लाइड दे विच, सो बुद्धि खीतन जिन्होंने असीं कह सकते हैगे। सो 140 तो नीचे वाले जिहड़े हैगे ने। सो पहला इस दे विच कि जेकर किसी बच्चे का IQ 50 तो 80 के विचकार आता तो वह बच्चा मूर्ख टाइप का होंदा है, बिल्कुल है ना, उन्होंने कुछ भी जिहड़ा नहीं पता लगता कि की चीज़ है, किस तरीके से ना कुछ करना, वो बिल्कुल उसनूं नहीं पता होंदा है। जेकर बच्चे का IQ लेवल 25 तो 50 के विचकार आता है तो वह मूढ़ यानी कि मूर्ख तो भी अगे जिहड़ा चल जाते हैं ना, सो उन्होंने बिल्कुल भी कुछ भी नहीं पता होगा, ठीक है। अक्सर तुसीं स्कूलों के ये चीज़ां सारियां नोट कर सकते हो। तीसरा जिहड़ा होगा वो 25 तो नीचे होगा, जिन्हों महामूर्ख जिहड़ा कहा जाऊगा, बिल्कुल इडियट कहा जाऊगा, वो बिल्कुल ही जीरो होगा। उन्होंने तुसीं चाहे किन्नी बारी भी समझा दो, किन्नी बारी भी कुछ भी दस दो, बट उसके माइंड दे विच कुछ भी जिहड़ा ऐड नहीं होगा, ठीक है। सो एक मूर्ख होगा, एक मूढ़ होगा और एक इस तो भी नीचे जिन्हों महामूर्ख की स्थिति दे विच लिया जाता है। सो ये बिल्कुल लास्ट 25 तो नीचे वाला जिहड़ा IQ लेवल होगा उस ते इनकलूड आएगा, ठीक है। सो ये जिहड़ी स्लाइड है बहुत इंपॉर्टेंट हैगियां, पहलियां दो है ना। सो एक मानसिक उम्र फाइंड करने के लिए, दूसरा कि IQ लेवल के अकॉर्डिंग बच्चा किस टाइप का होंदा है। सो ये चीज़ प्लीज़ तुसीं ना बड़े ध्यान दे नाल नोट कर लेना, क्योंकि
ਇਸ ਦੇ ਵਿੱਚੋਂ ਹਰ ਵਾਰੀ ਇੱਕ ਅੱਧਾ ਜਿਹੜਾ ਕੁਐਸਚਨ ਉਹ ਆਉਂਦਾ ਹੀ ਆਉਂਦਾ ਹੁੰਦਾ ਹੈ। ਓਕੇ, ਸੋ ਨੈਕਸਟ ਹੈ ਬੁੱਧੀ ਲਬਧੀ ਦੀ ਨਿਰੰਤਰਤਾ। ਕੌਨਸੈਂਟ੍ਰੇਸ਼ਨ ਜਿਹੜੀ ਹੈ IQ ਦੀ ਸ਼ੇਸ਼ਪ੍ਰੀਤੀ, ਮੀਨਸ ਕਿ ਜਿਹੜੀ ਨਿਰੰਤਰਤਾ ਹੈ ਉਹ ਚੱਲਦੀ ਰਹਿੰਦੀ ਹੈ ਜਾਂ ਉਸ ਦੇ ਵਿੱਚ ਘਾਟਾ ਵਾਧਾ ਹੁੰਦਾ ਰਹਿੰਦਾ ਹੈ। ਸੋ ਵਿਅਕਤੀ ਦੀ ਬੁੱਧੀ ਲਬਧੀ ਦਾ ਅਕਸਰ ਹਰ ਉਮਰ ਦੇ ਵਿੱਚੋਂ ਇੱਕੋ ਜਿਹੀ ਰਹਿੰਦੀ ਹੈ। ਸੋ ਇੱਥੇ ਨਾ ਇਹਨਾਂ ਦੇ ਕਹਿਣ ਦੇ ਅਕੋਰਡਿੰਗ ਹੈ ਕਿ ਜਿਹੜੀ ਬੁੱਧੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਹੁੰਦੀ ਹੈਗੀ। ਇਹ ਹਮੇਸ਼ਾ ਜਿਹੋ ਜਿਹਾ ਬੱਚਾ ਬਚਪਨ ਦੇ ਵਿੱਚ ਹੋਊਗਾ, ਸੁਭਾਵਿਕ ਹੈ ਕਿ ਉਹ ਅੱਗੇ ਜਾ ਕੇ ਆਪਣੀ ਏਜ ਦੇ ਵਿੱਚ ਉਸੇ ਤਰੀਕੇ ਦੇ ਨਾਲ ਦਾ ਰਹੂਗਾ, ਉਹਦੇ ਵਿੱਚ ਕੋਈ ਚੇਂਜ ਜਿਹੜੀ ਨਹੀਂ ਹੋ ਸਕਦੀ। ਸੋ ਇੱਥੇ ਇਹਨਾਂ ਨੇ ਗੱਲ ਕੀਤੀ ਹੈ ਜੇਕਰ ਬੱਚਾ ਇੱਕ ਮੰਦਬੁੱਧੀ ਬਾਲਕ ਸੀਗਾ ਤਾਂ ਉਹ ਵੱਡਾ ਹੋ ਕੇ ਬਾਲਗ ਏਜ ਦੇ ਵਿੱਚ ਵੀ ਮੰਦਬੁੱਧੀ ਵਾਲਾ ਬਾਲਗ ਹੀ ਬਣੇਗਾ। ਸੋ ਤੇਜ਼ ਬੁੱਧੀ ਵਾਲਾ ਬਾਲਕ ਜਿਹੜਾ ਉਹ ਨਹੀਂ ਬਣ ਪਵੇਗਾ ਜੇਕਰ ਉਹ ਬਚਪਨ ਦੇ ਵਿੱਚ ਜਾਂ ਬਾਲਕ ਏਜ ਦੇ ਵਿੱਚ ਮੰਦਬੁੱਧੀ ਸੀਗਾ। ਸੋ ਜੇਕਰ ਉਸਦੀ ਬੁੱਧੀ ਤੇਜ਼ ਸੀ ਤਾਂ ਉਹ ਬਾਲਗ ਏਜ ਦੇ ਵਿੱਚ ਜਾ ਕੇ ਵੀ ਤੇਜ਼ ਰਹੇਗਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਟੌਤੀ ਜਾਂ ਵਾਧਾ ਜਿਹੜਾ ਉਹ ਨਹੀਂ ਹੋ ਪਾਵੇਗਾ। ਸੋ ਇਸ ਤੋਂ ਇਲਾਵਾ ਇਹ ਵੀ ਇੱਕ ਗੱਲ ਸਿੱਧ ਹੋ ਚੁੱਕੀ ਹੈਗੀ ਜਿਸ ਦੇ ਵਿੱਚ ਵਿਅਕਤੀ ਦੀ ਬੁੱਧੀ ਲਬਧੀ ਦਾ ਹਰ ਉਮਰ ਦੇ ਵਿੱਚ ਇੱਕੋ ਜਿਹੀ ਰਹਿੰਦੀ ਹੈ, ਯਾਨੀ ਕਿ ਇਸ ਦੇ ਵਿੱਚ ਕੋਈ ਜਿਹੜਾ ਪਰਿਵਰਤਨ ਉਹ ਨਹੀਂ ਹੁੰਦਾ। ਸੋ ਇਸੇ ਚੀਜ਼ ਤੋਂ ਹੈ ਨਾ ਕਨਸੈਪਟ ਤੋਂ ਪਤਾ ਲੱਗ ਜਾਂਦਾ ਹੈ ਸਧਾਰਨ ਰੂਪ ਦੇ ਵਿੱਚ ਕਿ ਬੁੱਧੀ ਦੇ ਵਿੱਚ ਕੋਈ ਚੇਂਜ ਜਿਹੜੀ ਆ ਉਹ ਨਹੀਂ ਹੁੰਦੀ। ਸੋ ਅਸੀਂ ਅਕਸਰ ਹੈ ਨਾ ਦੇਖਦੇ ਹੋ ਜਿਹੜੇ ਬੱਚੇ ਬਚਪਨ ਦੇ ਵਿੱਚ ਇੰਟੈਲੀਜੈਂਟ ਹੁੰਦੇ ਨੇ ਉਹ ਸੁਭਾਵਿਕ ਹੈ ਕਿ ਅਕਸਰ ਹੈ ਨਾ ਬਾਲਗ ਏਜ ਦੇ ਵਿੱਚ ਵੀ ਜਾ ਕੇ ਅੱਗੇ ਵੀ ਇੰਟੈਲੀਜੈਂਟ ਰਹਿੰਦੇ ਨੇ। ਕਈ ਵਾਰ ਇਸ ਦੇ ਵਿੱਚ ਪਰਿਵਰਤਨ ਵੀ ਦੇਖਣ ਨੂੰ ਮਿਲ ਜਾਂਦਾ, ਬਟ ਜ਼ਿਆਦਾਤਰ ਜਿਹੜੇ ਉਹ ਉਸੇ ਸਟੇਜ ਦੇ ਵਿੱਚ ਰਹਿੰਦੇ ਨੇ ਜਿਹੋ ਜਿਹੋ ਬਚਪਨ ਦੇ ਵਿੱਚ ਹੁੰਦੇ ਹੈਗੇ ਨੇਗੇ। ਸੋ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਬੱਚਾ ਜਿਹੜਾ ਹੈ ਨਾ ਬਚਪਨ ਦੇ ਵਿੱਚ ਡਲ ਹੈ ਅਤੇ ਬਾਅਦ ਦੇ ਵਿੱਚ ਜਾ ਕੇ ਉਹ ਥੋੜ੍ਹਾ ਜਿਹਾ ਇੰਟੈਲੀਜੈਂਟ ਵੀ ਹੋ ਜਾਂਦਾ ਹੈ। ਇਹ ਅੱਗੇ ਹੈ ਨਾ ਤੁਹਾਨੂੰ ਪਤਾ ਲੱਗ ਜਾਵੇਗਾ। ਪਰ ਜਿਹੜੀਆਂ ਹੁਣ ਨਵੀਆਂ ਜਾਂ ਮਾਡਰਨ ਜਿਹੜੀਆਂ ਖੋਜਸ ਹੋਈਆਂ ਨੇ ਉਹਨਾਂ ਦੇ ਆਧਾਰ ਦੇ ਉੱਪਰ ਇਸ ਚੀਜ਼ ਨੂੰ ਨਕਾਰ ਦਿੱਤਾ ਗਿਆ ਹੈ ਕਿ ਬੱਚਾ ਜੇਕਰ ਸ਼ੁਰੂਆਤ ਦੇ ਵਿੱਚ ਮੰਦਬੁੱਧੀ ਹੈ ਤਾਂ ਉਹ ਬਾਲਗ ਸਟੇਜ ਦੇ ਵਿੱਚ ਵੀ ਮੰਦਬੁੱਧੀ ਹੀ ਰਹੇਗਾ। ਇਹ ਗਲਤ ਧਾਰਨਾ ਹੈ। ਸੋ ਅਜਿਹਾ ਨਹੀਂ ਹੈ, ਕਿਤੇ ਕਿਤੇ ਇਹ ਚੀਜ਼ ਜਿਹੜੀ ਹੈ ਅਸੰਭਵ ਹੋ ਜਾਂਦੀ ਹੈ ਜਾਂ ਪੋਸੀਬਲ ਵੀ ਹੋ ਜਾਂਦੀ ਹੈ। ਜੇਕਰ ਬੱਚਾ ਮੰਦਬੁੱਧੀ ਹੈ ਤਾਂ ਅੱਗੇ ਜਾ ਕੇ ਉਹ ਇੰਟੈਲੀਜੈਂਟ ਹੋ ਜਾਣ ਦੀ ਸੰਭਾਵਨਾ ਵੀ ਜਿਹੜੀ ਹੈ ਉਹ ਰੱਖਦਾ ਹੈਗਾ। ਠੀਕ ਹੈ। ਸੋ ਇਸ ਦੇ ਸੰਬੰਧੀ ਉਹਨਾਂ ਨੇ ਜਿਹੜੀਆਂ ਇਹ ਖੋਜਸ ਕੀਤੀਆਂ ਨੇ ਉਹਦਾ ਆਧਾਰ ਦੇ ਉੱਪਰ ਇਹਨੇ ਕਿਹਾ ਹੈ ਕਿ ਜੇਕਰ ਅਸੀਂ ਬੱਚੇ ਦੀ ਗੱਲ ਕਰੀਏ, ਜੇਕਰ ਬੱਚਾ ਮੰਦਬੁੱਧੀ ਹੈ ਤਾਂ ਉਸ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਅੱਗੇ ਬਾਲਗ ਸਟੇਜ ਤੱਕ 10 ਬਿੰਦੂਆਂ ਤੱਕ ਪਰਿਵਰਤਨ ਜਿਹੜਾ ਹੋ ਸਕਦਾ ਹੈ। 10 ਬਿੰਦੂ ਯਾਨੀ 10 ਪੁਆਇੰਟਾਂ ਤੱਕ। ਓਕੇ, ਸੋ ਇਸ ਦੇ ਅਕੋਰਡਿੰਗ ਹੈ ਕਿ ਕੌਨਸਟੀਟਿਊਸ਼ਨ ਜਿਹੜੀ ਹੈ ਨਾ ਸੋ ਉਸ ਨੂੰ ਨਿਰੰਤਰਤਾ ਨੂੰ ਮਾਪਣ ਦੇ ਲਈ ਕੁਝ ਸਿਧਾਂਤ ਪੇਸ਼ ਕੀਤੇ ਗਏ ਨੇ ਜਿਹਦੇ ਆਧਾਰ ਦੇ ਉੱਪਰ ਇਹ ਮੰਨਿਆ ਜਾਂਦਾ ਹੈ ਕਿ ਬੱਚੇ ਦੀ ਬੁੱਧੀ ਦੇ ਵਿੱਚ ਪਰਿਵਰਤਨ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ। ਸੋ ਕੈਂਟਲ ਨੇ ਇੱਕ ਅਧਿਐਨ ਕੀਤਾ ਸੀ ਜਿਸ ਦੇ ਨਾਲ ਉਸਨੇ ਪਹਿਲੀ ਅਤੇ ਦੂਜੀ ਪ੍ਰੀਖਿਆ ਦਾ ਵਕਫਾ ਜਿਹੜਾ ਹੈ ਉਹ 0 ਤੋਂ 72 ਮਹੀਨਿਆਂ ਦਾ ਰੱਖਿਆ ਸੀਗਾ ਔਰ ਇਸ ਸਮੇਂ ਦੇ ਦੌਰਾਨ ਉਸਨੇ ਨਾ ਇੱਕ ਬੱਚੇ ਦੇ IQ ਲੈਵਲ ਦੇ ਵਿੱਚ ਪਰਿਵਰਤਨ ਦੇਖਿਆ ਸੀ ਔਰ ਇਹ ਪਰਿਵਰਤਨ ਜਿਹੜਾ ਹੈ ਉਹ 5 ਬਿੰਦੂਆਂ ਤੋਂ ਵੱਧ ਇਹਨਾਂ ਨੇ ਨਹੀਂ ਦੱਸਿਆ ਸੀ, ਯਾਨੀ ਕਿ 5 ਬਿੰਦੂ ਤੋਂ ਵੱਧ ਜਿਹੜਾ ਇਹ ਪਰਿਵਰਤਨ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ 2 ਟੈਸਟ ਇਸ ਦੇ ਵਿੱਚ ਕੀਤੇ ਸੀਗੇ 0 ਤੋਂ 72 ਮਹੀਨਿਆਂ ਤੱਕ ਦਾ, ਪਹਿਲੀ ਉਮਰ ਦੇ ਪਹਿਲੀ ਪ੍ਰੀਖਿਆ ਅਤੇ ਦੂਜੀ ਪ੍ਰੀਖਿਆ। ਸੋ ਠੀਕ ਹੈ, ਉਹਨਾਂ ਦੇ ਅਕੋਰਡਿੰਗ ਸਿਰਫ 5 ਬਿੰਦੂਆਂ ਦੇ ਵਿੱਚ ਹੀ ਵਾਧਾ ਜਿਹੜਾ ਹੋ ਸਕਦਾ ਹੈ ਜੇਕਰ ਹੋਣਾ ਵੀ ਹੋਵੇ ਤਾਂ। ਦੂਸਰਾ ਹੈ ਡਿਕਸਨ ਦਾ ਅਧਿਐਨ। ਸੋ ਡਿਕਸਨ ਦੇ ਅਧਿਐਨ ਦੇ ਅਕੋਰਡਿੰਗ 288 ਸਟੈਨਫੋਰਡ ਬਿਨੇ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਆਧਾਰ ਦੇ ਉੱਪਰ ਉਹਨਾਂ ਨੇ ਹੈ ਨਾ ਇਸ ਡਾਟੇ ਨੂੰ ਕਲੈਕਟ ਕੀਤਾ ਸੀ ਕਿ ਬੱਚੇ ਦੀ ਬੁੱਧੀ ਦੇ ਵਿੱਚ ਕਿੰਨਾ ਪਰਿਵਰਤਨ ਹੋ ਸਕਦਾ ਹੈ। ਸੋ ਜਿਨ੍ਹਾਂ ਦੇ ਵਿੱਚ ਉਹਨੇ ਪਹਿਲੀ ਅਤੇ ਦੂਜੀ ਪ੍ਰੀਖਿਆ ਦਾ ਜਿਹੜਾ ਵਕਫਾ ਹੈ ਉਹ 1 ਮਹੀਨੇ ਤੋਂ 3 ਸਾਲ ਦਾ ਰੱਖਿਆ ਸੀਗਾ, ਯਾਨੀ ਕਿ 1 ਮਹੀਨਾ ਲੈਤਾ ਫਿਰ ਇਸ ਤੋਂ ਬਾਅਦ ਉਸਨੂੰ ਨਾ ਦੂਸਰੇ ਮਹੀਨੇ ਫਿਰ ਇਸ ਤੋਂ ਬਾਅਦ 3 ਸਾਲਾਂ ਤੱਕ ਜਿਹੜਾ ਉਸ ਟੈਸਟ ਨੂੰ ਲਿਆ ਸੀਗਾ ਜਿਹਦੇ ਆਧਾਰ 'ਤੇ ਉਹਨਾਂ ਨੇ ਇਸ ਅਧਿਐਨ ਨੂੰ ਕੰਪਲੀਟ ਕੀਤਾ ਸੀਗਾ ਔਰ ਉਹਨਾਂ ਨੇ ਦੇਖਿਆ ਸੀਗਾ ਕਿ ਬੱਚੇ ਦੇ ਬੁੱਧੀ ਅੰਕ ਦੇ ਵਿੱਚ ਪਰਿਵਰਤਨ ਜਿਹੜਾ ਹੈ ਉਹ 5.1 ਤੱਕ ਹੀ ਹੋ ਸਕਦਾ ਹੈ। ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਨੋਟ ਨਹੀਂ ਕਰ ਪਾਇਆ ਸੀ, ਯਾਨੀ ਕਿ 5 ਪੁਆਇੰਟ ਜਿਹੜੇ ਜਾਂ 5 ਬਿੰਦੂ ਹੀ ਸਬਬ ਨੇ ਕਿ ਇੱਕ ਬੱਚੇ ਦੇ IQ ਦੇ ਵਿੱਚ ਪਰਿਵਰਤਨ ਕਰ ਸਕਦੇ ਨੇ ਔਰ ਪਹਿਲੀਆਂ ਅਤੇ ਦੂਜੀਆਂ ਪ੍ਰੀਖਿਆਵਾਂ ਦੇ ਅੰਤਰ ਸੰਬੰਧ ਬਣਾ ਕੇ ਉਹਨਾਂ ਨੇ ਕੋਐਫੀਸ਼ੀਐਂਟ ਜਿਹੜੀ ਹੈ ਉਹ 90 ਜਿਹੜਾ ਹੈ ਉਹਨਾਂ ਨੇ ਹਾਸਲ ਕੀਤਾ ਸੀਗਾ ਪਹਿਲੀਆਂ ਅਤੇ ਦੂਜੀਆਂ ਪ੍ਰੀਖਿਆਵਾਂ ਦੇ ਅੰਤਰ ਦੇ ਗੁਣਾਂਕ ਦੇ ਉੱਪਰ। ਓਕੇ, ਸੋ ਇਹ ਚੀਜ਼ ਜਿਹੜੀ ਹੈ ਸਾਨੂੰ ਦੱਸਦੀ ਹੈ ਕਿ ਅਸਧਾਰਨ ਸਥਿਤੀ ਦੇ ਵਿੱਚ ਬੁੱਧੀ ਲਬਧਤਾ ਦੇ ਵਿੱਚ ਵਿਆਪਕ ਭਿੰਨਤਾ ਜਿਹੜੀ ਪਾਈ ਜਾਂਦੀ ਹੈ ਅਤੇ ਇਹ ਭਿੰਨਤਾ ਜਾਂ ਅਸਧਾਰਨ ਸਥਿਤੀਆਂ ਦੇ ਵਿੱਚ ਪ੍ਰੀਖਿਆ ਹੋਣ ਕਾਰਨ ਜਾਂ ਪ੍ਰੀਖਿਆਰਥੀ ਦੇ ਗੰਭੀਰ ਸਰੀਰਕ ਅਤੇ ਮਾਨਸਿਕ ਰੋਗ ਗ੍ਰਸਤ ਹੋਣ ਕਰਕੇ ਸੰਭਵ ਹੋ ਸਕਦੀ ਹੈ।
ਮੀਨਸ ਕਿ ਕਈ ਵਾਰ ਬੱਚੇ ਦੇ ਹੈ ਨਾ ਕਿਸੇ ਤਰ੍ਹਾਂ ਦੀ ਗੰਭੀਰ ਸਰੀਰਕ ਬਿਮਾਰੀ ਵੀ ਹੋ ਸਕਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਮਾਨਸਿਕ ਰੋਗ ਵੀ ਹੋ ਸਕਦਾ ਹੈ, ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਸ ਬੁੱਧੀ ਨੂੰ ਅਫੈਕਟ ਕਰਦਾ ਹੈ, ਜਿਹਦੇ ਆਧਾਰ ਦੇ ਉੱਪਰ ਉਸਦਾ IQ ਲੈਵਲ ਡਾਊਨ ਹੋ ਸਕਦਾ ਹੈ, ਉਹਦੇ ਵਿੱਚ ਪਰਿਵਰਤਨ ਸਲੋ ਹੋ ਸਕਦਾ ਹੈ, ਜੋ ਉਸਦੇ ਬਿੰਦੂ ਅੰਕ ਜਿਹੜੇ ਨੇ ਉਹ ਘੱਟ ਪਰਿਵਰਤਿਤ ਹੋ ਸਕਦੇ ਹੈਗੇ ਨੇ ਗੇ। ਓਕੇ, ਸੋ ਇਹ ਦੋ ਜਿਹੜੇ ਸਿਧਾਂਤ ਨੇ ਜਿਨ੍ਹਾਂ ਦੇ ਉੱਪਰ ਇਸ ਚੀਜ਼ ਨੂੰ ਨਿਰਧਾਰਿਤ ਕੀਤਾ ਕਿ ਬੱਚੇ ਦੀ ਬੁੱਧੀ ਦੇ ਵਿੱਚ ਪਰਿਵਰਤਨ ਹੁੰਦਾ ਹੈ 10 ਅੰਕ ਤੱਕ, ਔਰ ਇਹਨਾਂ ਨੇ 5-5 ਤੱਕ ਜਿਹੜਾ ਇਹਨਾਂ ਨੇ ਨੋਟ ਕੀਤਾ ਹੈ। ਨੈਕਸਟ ਹੈ ਬੁੱਧੀ ਲਪਤੀ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਸੋ ਜਿਹੜੇ IQ ਨੂੰ ਅਫੈਕਟ ਕਰਦੇ ਹੈਗੇ ਨੇ ਇਹਨਾਂ ਦੇ ਵਿੱਚੋਂ ਫੈਕਟਰ, ਸੋ ਪਹਿਲਾ ਹੈ ਸਿੱਖਿਆ ਅਤੇ ਬੁੱਧੀ ਲਪਤੀ। ਸੋ ਇੱਕ ਇੰਪੋਰਟੈਂਟ ਹੈ ਕਿ ਹੈ ਨਾ, ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਬੁੱਧੀ ਜਿਹੜੀ ਹੈ ਉਹ ਸਥਿਰ ਰਹਿੰਦੀ ਹੈ, ਜਿਹੋ ਜਿਹੀ ਬਚਪਨ ਦੇ ਵਿੱਚ ਹੈ ਉਹੋ ਜਿਹੀ ਹੀ ਜਿਹੜੀ ਕਹਿ ਸਕਦੇ ਅੱਗੇ ਜਾ ਕੇ ਕੰਟੀਨਿਊ ਰਹੂਗੀ, ਬਟ ਇਹ ਇੱਥੇ ਨਾ ਧਾਰਨਾ ਗਲਤ ਹੈ। ਸੋ ਇੱਥੇ ਇਹ ਚੀਜ਼ ਐਕਚੁਅਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਅਸੀਂ ਖੁਦ ਵੀ ਦੇਖੇ ਕਿ ਕਈ ਬੱਚੇ ਜਿਹੜੇ ਹੈ ਨਾ ਛੋਟੇ ਵਿੱਚ 5th ਕਲਾਸ ਤੱਕ ਨਲਾਇਕ ਟਾਈਪ ਦੇ ਰਹਿੰਦੇ ਨੇ, ਉਹਨਾਂ ਦੀ ਇੰਟੈਲੀਜੈਂਸੀ ਉਨੀ ਨਹੀਂ ਹੁੰਦੀ, ਬਟ ਜਿੱਦਾਂ ਹੀ ਉਹ 6ਵੀਂ ਤੋਂ 10ਵੀਂ ਤੱਕ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਇੰਟੈਲੀਜੈਂਸੀ ਵੀ ਜਿਹੜੀ ਗਰੋਥ ਕਰਨ ਲੱਗ ਜਾਂਦੀ ਹੈ ਨਾ, ਬੱਚਾ ਔਰ ਇੰਪਰੂਵ ਕਰਦਾ ਹੈ। ਉਹਦੇ ਪਿੱਛੇ ਕਈ ਸਾਰੇ ਫੈਕਟਰ ਹੋ ਸਕਦੇ ਨੇ, ਸੋ ਇਹ ਸਾਰੇ ਹਨ ਇਸ ਦੇ ਵਿੱਚ ਮੈਂਸ਼ਨ ਕੀਤੇ ਨੇ, ਤੁਸੀਂ ਖੁਦ ਵੀ ਨੋਟ ਕਰ ਸਕਦੇ ਹੋ ਕਿ ਬੱਚੇ ਨੂੰ ਹੈ ਨਾ ਇੰਟਰਸਟ ਪੈਦਾ ਹੋ ਸਕਦਾ ਹੈ ਐਜੂਕੇਸ਼ਨ ਦੇ ਵਿੱਚ, ਬੱਚੇ ਨੂੰ ਹੋ ਸਕਦਾ ਹੈ ਕਿ ਆਪਣਾ ਨਾਮ ਰੌਸ਼ਨ ਕਰਨਾ ਹੋਵੇ, ਬੱਚਾ ਹੋ ਸਕਦਾ ਹੈ ਆਪਣੇ ਘਰ ਦੀ ਕੰਡੀਸ਼ਨ ਨੂੰ ਸਮਝਣ ਲੱਗ ਜਾਵੇ, ਬੱਚਾ ਹੋ ਸਕਦਾ ਹੈ ਕਿ ਉਸ ਨੂੰ ਹੈ ਨਾ ਮੋਟੀਵੇਟ ਕੀਤਾ ਜਾਏ, ਕੋਈ ਵੀ ਫੈਕਟਰ ਜਿਹੜਾ ਹੋ ਸਕਦਾ ਹੈ। ਬਟ ਇਸ ਥਿਊਰੀ ਦੇ ਅਕੋਰਡਿੰਗ ਜਿਹੜਾ ਹੈ ਗੱਲ ਕੀਤੀ ਇਹਨਾਂ ਨੇ, ਸਿੱਖਿਆ ਅਤੇ ਬੁੱਧੀ ਲਪਤੀ ਜਿਹੜੀ ਹੈ ਉਹ ਸਭ ਤੋਂ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਮੀਨਸ ਕਿ ਸਭ ਤੋਂ ਬੈਟਰ ਜਿਹੜਾ ਸਾਧਨ ਹੈ ਜਿਸ ਦੇ ਥਰੂ ਬੁੱਧੀ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਉਹ ਹੈ ਐਜੂਕੇਸ਼ਨ। ਜੇਕਰ ਬੱਚੇ ਦੀ ਸਿੱਖਿਆ ਅਤੇ ਸਿਖਲਾਈ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਫੈਕਟਿਵ ਹੈ ਤਾਂ ਉਸ ਦੀ ਉਹ ਇੰਟੈਲੀਜੈਂਸੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗੀ। ਸੋ ਫਰੀਮੈਨ ਦੇ ਅਕੋਰਡਿੰਗ ਕਿਹਾ ਗਿਆ ਹੈ ਕਿ ਜੇਕਰ ਕਿਸੇ ਬੱਚੇ ਨੂੰ ਅਸੀਂ ਚੰਗੀ ਸਿੱਖਿਆ, ਚੰਗੇ ਮੈਥਡ ਦੇ ਨਾਲ, ਚੰਗੇ ਟੈਕਨੀਕਸ ਦੇ ਨਾਲ, ਠੀਕ ਹੈ, ਅਸੀਂ ਪ੍ਰੋਵਾਈਡ ਕਰਦੇ ਹਾਂ, ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕਰਦੇ ਹਾਂ, ਤਾਂ ਸੁਭਾਵਿਕ ਹੈ ਕਿ ਬੱਚੇ ਦੀ ਬੁੱਧੀ ਦੇ ਵਿੱਚ ਅੰਤਰ ਜਿਹੜਾ ਹੈ ਉਹ ਬਚਪਨ ਦੇ ਨਾਲੋਂ ਬਾਲਗ ਅਵਸਥਾ ਦੇ ਵਿੱਚ ਪਾਇਆ ਜਾਵੇਗਾ, ਯਾਨੀ ਕਿ ਜੋ ਉਸ ਦੀ ਬੁੱਧੀ ਪਹਿਲਾਂ ਬਚਪਨ ਦੇ ਵਿੱਚ ਸੀ ਉਹ ਬਾਲਗ ਅਵਸਥਾ ਦੇ ਵਿੱਚ ਚੇਂਜ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਉਸ ਦੇ ਉੱਪਰ ਐਜੂਕੇਸ਼ਨ ਜਿਹੜੀ ਹੈ ਉਹ ਅੱਛੀ ਪ੍ਰੋਵਾਈਡ ਕਰਦੇ ਹਾਂ। ਇਸ ਤੋਂ ਇਲਾਵਾ ਓਵਾ ਯੂਨੀਵਰਸਿਟੀ ਨੇ ਕੁਝ ਅਧਿਐਨ ਕੀਤੇ ਸੀ, ਐਕਸਪੈਰੀਮੈਂਟ ਕੀਤੇ ਸੀ, ਜਿਹਦੇ ਆਧਾਰ ਦੇ ਉੱਪਰ ਉਹਨੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀ ਸੀ ਔਰ ਉਹਨਾਂ ਦੇ ਆਧਾਰ ਦੇ ਉੱਪਰ ਬੱਚਿਆਂ ਦੀ ਬੁੱਧੀ ਦੇ ਵਿੱਚ 10 ਬਿੰਦੂਆਂ ਤੱਕ ਜਿਹੜਾ ਵਾਧਾ ਹੋਇਆ ਸੀਗਾ, ਯਾਨੀ ਕਿ ਪਹਿਲਾਂ ਅਸੀਂ 5 ਦੀ ਗੱਲ ਕੀਤੀ ਸੀ, ਬਟ ਓਵਾ ਯੂਨੀਵਰਸਿਟੀ ਜਿਹੜੀ ਉਸ ਨੇ ਇਸ ਚੀਜ਼ ਨੂੰ ਨਿਰਧਾਰਿਤ ਕੀਤਾ ਸੀ ਔਰ ਇਹ ਅਧਿਐਨ ਕਰਕੇ ਉਹਨੇ 10 ਬਿੰਦੂਆਂ ਤੱਕ ਪਰਿਵਰਤਨ ਲਿਆਂਦਾ ਸੀ ਥਰੂ ਕਿਸ ਦੇ, ਐਜੂਕੇਸ਼ਨ ਦੇ, ਚੰਗੀ ਐਜੂਕੇਸ਼ਨ ਦੇ। ਇਹ ਨਹੀਂ ਕਿ ਨੋਰਮਲ ਕਿ ਟਾਈਮ ਪਾਸ ਹੈ ਨਾ ਜਿਸ ਤਰ੍ਹਾਂ ਸਮਾਂ ਹੁੰਦਾ ਹੈ ਉਸ ਤਰ੍ਹਾਂ ਨਹੀਂ, ਕਿ ਜੇਕਰ ਅਸੀਂ ਐਜੂਕੇਸ਼ਨ ਬੜੇ ਟੌਪ ਦੀ ਦੇ ਰਹੇ ਹਾਂ ਤਾਂ ਬੱਚੇ ਦੇ IQ ਲੈਵਲ ਦੇ ਵਿੱਚ ਸੁਭਾਵਿਕ ਹੈ ਕਿ ਅਸੀਂ 10 ਬਿੰਦੂਆਂ ਤੱਕ ਫਰਕ ਜਿਹੜਾ ਉਹ ਪਾ ਸਕਦੇ ਹੈਗੇ ਆਂਗੇ। ਸੋ ਇਹ ਓਵਾ ਵਿਸ਼ਵ ਵਿਦਿਆਲੇ ਦੇ ਅਕੋਰਡਿੰਗ ਹੈ। ਦੂਸਰਾ ਹੈ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤੱਤ। ਸੋ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਬੱਚੇ ਦਾ ਜੇਕਰ ਸਮਾਜਿਕ ਲੈਵਲ, ਉਸਦਾ ਆਰਥਿਕ ਲੈਵਲ, ਉਸਦਾ ਸੱਭਿਆਚਾਰਕ ਜਿਹੜਾ ਫੈਕਟਰ ਹੈ ਨਾ ਉਹ ਵੀਕ ਹੈ, ਉਸਦੀ ਆਰਥਿਕ ਸਥਿਤੀ ਨਹੀਂ ਠੀਕ ਹੈ, ਉਸਦਾ ਸਮਾਜਿਕ ਸਿਸਟਮ ਠੀਕ ਨਹੀਂ ਹੈ, ਉਸਦੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹਦੇ ਸੱਭਿਆਚਾਰ ਦੇ ਵਿੱਚ ਹੀ ਇਹ ਚੀਜ਼ ਇਨਕਲੂਡ ਨਹੀਂ ਹੈ ਕਿ ਉਹ ਹੁਣ ਆਪਣੇ IQ ਨੂੰ ਹਾਈ ਕਰੇ ਜਾਂ ਕੁਛ ਨਵਾਂ ਸਿੱਖੇ, ਤਾਂ ਉਹ ਸੁਭਾਵਿਕ ਹੈ ਕਿ ਬੱਚੇ ਦੇ ਉੱਪਰ ਉਹ ਚੀਜ਼ ਇਫੈਕਟ ਪਾਵੇਗੀ ਹੀ ਪਾਵੇਗੀ। ਔਰ ਜੇਕਰ ਅਸੀਂ ਕਹੀਏ ਕਿ ਬੱਚੇ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤੱਤ ਇੰਪੋਰਟੈਂਟ ਨੇ, ਮੀਨਸ ਕਿ ਉਹ ਜ਼ਿਆਦਾ ਅੱਛੇ ਨੇਗੇ, ਉਹਨਾਂ ਦੀ ਆਰਥਿਕ ਸਥਿਤੀ ਚੰਗੀ ਹੈਗੀ, ਉਹਨਾਂ ਦਾ ਸਮਾਜਿਕ ਲੈਵਲ ਅੱਛਾ ਹੈਗਾ, ਸੁਸਾਇਟੀ ਅੱਛੀ ਹੈਗੀ ਆਸ-ਪਾਸ ਵਾਲੀ, ਹੈ ਨਾ, ਦੋਸਤ ਉਹਨਾਂ ਦੇ ਅੱਛੇ ਹੈਗੇ ਨੇਗੇ, ਔਰ ਸੱਭਿਆਚਾਰਕ ਤੱਤ ਤੋਂ ਉਹ ਇਸ ਚੀਜ਼ ਪੇਸ਼ ਕਰਦਾ ਹੈ ਕਿ ਉਸਦੇ ਹੈ ਨਾ ਐਜੂਕੇਸ਼ਨ ਹੀ ਲੈਣੀ ਹੈ। ਲਾਈਕ ਆਪਾਂ ਫੋਰਨ ਦੀ ਐਗਜ਼ਾਮਪਲ ਲੈਂਦੇ ਹਾਂ ਨਾ, ਸੋ ਫੋਰਨ ਦੇ ਵਿੱਚ ਸਾਰੇ ਲੋਕਾਂ ਦਾ ਤਕਰੀਬਨ ਜਿਹੜਾ ਹੈ ਨਾ IQ ਲੈਵਲ ਜ਼ਿਆਦਾ ਪਾਇਆ ਜਾਂਦਾ, ਸਾਰੇ ਟਾਈਪ ਦੇ ਵਿਗਿਆਨੀ ਟਾਈਪ ਜਿੰਨੇ ਵੀ ਲਾ ਲਵੋ ਹੈ ਨਾ, ਜਾਂ ਕੁਛ ਵੀ ਤਰ੍ਹਾਂ ਦੀ ਨਵੀਂ ਰਿਸਰਚ ਉਹ ਸਾਰੀਆਂ ਹੀ ਫੋਰਨ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਹੁੰਦੀਆਂ ਨੇ, ਹੈ ਨਾ। ਕਿਉਂ ਹੁੰਦੀਆਂ ਨੇ? ਕਿਉਂਕਿ ਉਹਨਾਂ ਦਾ ਜਿਹੜਾ ਆਰਥਿਕ ਸਥਿਤੀ ਵੀ ਠੀਕ ਹੈ, ਉਹਨਾਂ ਨੂੰ ਜੋਬ ਮਿਲਣੀ ਵੀ ਸੁਭਾਵਿਕ ਹੈ, ਠੀਕ ਹੈ, ਔਰ ਉਸ ਤੋਂ ਇਲਾਵਾ ਉਹਨਾਂ ਦੀ ਸੋਸ਼ਲ ਕੰਡੀਸ਼ਨ ਵੀ ਸਾਰਿਆਂ ਦੀ ਠੀਕ ਹੈਗੀ, ਉਹਨਾਂ ਦੇ ਕਲਚਰ ਦੇ ਵਿੱਚ ਇਹ ਚੀਜ਼ ਪਾਈ ਗਈ ਹੈ ਨਾ ਕਿ ਖੋਜ ਪੜਤਾਲ ਕਰਨਾ, ਨਵੇਂ ਤੱਥ ਲੱਭਣਾ, ਆਪਣਾ ਨਾਮ ਚਲਾਉਣਾ, ਹੈ ਨਾ, ਸੋ ਇਸ ਚੀਜ਼ ਦੇ ਨਾਲ ਜੁੜੇ ਹੋਏ ਨੇ। ਬਟ ਉਸੇ ਤਰੀਕੇ ਨਾਲ ਇੰਡੀਆ ਦੀ ਐਗਜ਼ਾਮਪਲ ਲੱਗੇ ਤਾਂ ਇੰਡੀਆ ਦੇ ਵਿੱਚ ਨਾ ਜੋਬ ਹੈ, ਨਾ ਕੋਈ ਸਕੋਪ ਹੈ ਕਿਸੇ ਸਬਜੈਕਟ ਦਾ, ਨਾ ਹੀ ਕੋਈ ਉਸ ਨੂੰ ਪ੍ਰੈਫਰੈਂਸ ਕਰਦਾ ਹੈ, ਨਾ ਹੀ ਕੋਈ ਉਸ ਨੂੰ ਮੋਟੀਵੇਟ ਕਰਦਾ ਹੈ, ਨਾ ਹੀ ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਮਿਲਦੀ ਹੈ ਕਿ ਅਸੀਂ ਕੋਈ ਖੋਜ ਕਰੀਏ ਨਵੀਂ, ਅਸੀਂ ਹੈ ਨਾ ਮਤਲਬ ਹੋਰ ਹੀ ਅਸੀਂ ਨੈਚੁਰਲ ਜਾਦੂ ਟੂਣਿਆਂ ਦੇ ਵਿੱਚ ਜ਼ਿਆਦਾ ਪੈਂਦੇ ਹਾਂ। ਸੋ ਇਹ ਚੀਜ਼ ਕੀ ਹੈਗੀ, ਸਾਡੀ ਚੀਜ਼ ਨੂੰ ਡਿਫਾਈਨ ਕਰਦੀ ਹੈ ਨਾ, ਸਾਡੀ ਮੈਂਟਲ ਲੈਵਲ ਨੂੰ ਡਿਫਾਈਨ ਕਰੂਗੀ ਔਰ ਸਾਨੂੰ ਇਹ ਨਿਰਧਾਰਿਤ ਕਰਨ ਦੇ ਵਿੱਚ ਮਦਦ ਕਰੂਗੀ। ਤਾਂ 1923 ਦੇ ਵਿੱਚ ਗਾਰਡਨ ਸੀਗਾ, ਉਸਨੇ ਦੱਸਿਆ ਜੀ ਕਿ ਸਧਾਰਨ ਸਮਾਜਿਕ ਜੀਵਨ ਤੋਂ ਅਲਹਿਦਗੀ ਅਤੇ ਹੇਠਲੇ ਪੱਧਰ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਪਿਛੋਕੜ ਦੇ ਕਾਰਨ ਜਿਪਸੀ ਬੱਚਿਆਂ ਦਾ ਬੁੱਧੀ ਲਬਦੀ ਕੇਵਲ 70 ਹੀ ਨਿਕਲਦੀ ਹੈ। ਸੋ ਜਿਹੜੇ ਪਛੜੇ ਹੋਏ ਨੇ ਇਹਨਾਂ ਤਿੰਨਾਂ ਫੈਕਟਰਾਂ ਤੋਂ, ਉਹਨਾਂ ਦਾ ਬੁੱਧੀ ਲਬਦੀ 70 ਤੱਕ ਹੀ ਹੈ। ਔਰ 70 ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਬੱਚਾ ਜਿਹੜਾ ਉਹ ਮੰਦ ਬੁੱਧੀ ਦੇ ਅਧੀਨ ਨਹੀਂ ਹੁੰਦਾ, ਸੋ ਉਸ ਨੂੰ ਕੋਈ ਜ਼ਿਆਦਾ ਜਿਹੜੀ ਹੈ ਨਾ ਮਾਈਂਟਲ ਲੈਵਲ ਜਿਹੜਾ ਉਸਦਾ ਕੰਮ ਉਹ ਨਹੀਂ ਕਰਦਾ।
तीसरा है घरेलू वातावरण, होम एनवायरनमेंट भी जरूरी है। सो ये है कि जेकर बच्चा वधिया परिवार ਦੇ ਵਿੱਚ ਪਲਦਾ ਹੈ, ਉਸਦਾ एनवायरनमेंट अच्छा है तो ਸੁਭਾਵਿਕ ਹੈ ਕਿ ਉਸਦੀ ਅੰਕ ਦੇ ਵਿੱਚ ਵਾਧਾ ਹੋਵੇਗਾ। ਪਰ ਜੇਕਰ ਘਰ ਦੇ ਵਿੱਚ ਲੜਾਈ ਝਗੜਾ ਜਾਂ ਆਰਥਿਕ ਸਥਿਤੀ ਮਜ਼ਬੂਤ ਨਹੀਂ ਹੈਗੀ ਜਾਂ ਕਿਸੇ ਤਰ੍ਹਾਂ ਦਾ ਕੋਆਪਰੇਸ਼ਨ ਨਹੀਂ ਹੈਗੀ ਇੱਕ ਦੂਸਰੇ ਪ੍ਰਤੀ, ਜਾਂ ਇੱਕ ਦੂਸਰੇ ਨੂੰ ਡਾਂਟਦੇ ਹੀ ਰਹਿੰਦੇ ਨੇ, ਤਾਂ ਅਜਿਹੀ ਸਥਿਤੀ ਦੇ ਵਿੱਚ ਬੱਚਾ ਜਿਹੜਾ ਹੈ ਉਹ ਆਪਣਾ ਆਈਕਿਊ ਲੈਵਲ ਹਾਈ ਨਹੀਂ ਕਰ ਸਕਦਾ ਤੇ ਉਸ ਬੱਚੇ ਦਾ ਆਈਕਿਊ ਲੈਵਲ ਜਿਹੜਾ ਹੈ ਉਹ ਡਾਊਨ ਰਹੇਗਾ। ਸੋ ਫਰੀਮੈਨ ਜਿਹੜਾ ਹੈ ਅਤੇ ਉਸਦੇ ਸਹਾਇਕਾਂ ਨੇ ਅਧਿਐਨ ਤੋਂ ਇਹ ਸਪਸ਼ਟ ਕੀਤਾ ਸੀ ਕਿ ਗੋਦਲੇ ਬੱਚੇ ਨੂੰ ਜਦੋਂ ਅਸੀਂ ਚੰਗੇ ਘਰ ਦੇ ਵਿੱਚ ਰੱਖਦੇ ਹੈਗੇ ਆ ਤਾਂ 4 ਵਰ੍ਹਿਆਂ ਮਗਰੋਂ ਉਹਨਾਂ ਦੀ ਬੁੱਧੀ ਲਪਤੀ ਦੇ ਵਿੱਚ 5 ਤੋਂ 10 ਅੰਕ ਤੱਕ ਦਾ ਵਾਧਾ ਹੁੰਦਾ ਹੈ। ਸੋ ਜੇਕਰ ਹੈ ਨਾ ਘਰ ਦਾ ਵਾਤਾਵਰਨ ਸਹੀ ਨਹੀਂ ਹੈ, ਆਰਥਿਕ ਸਥਿਤੀ ਨਹੀਂ ਠੀਕ ਹੈ, ਤਾਂ ਜੇਕਰ ਅਸੀਂ ਉਸ ਬੱਚੇ ਨੂੰ ਕਿਸੇ ਹੋਰ ਪਰਸਨ ਦੇ ਘਰੇ ਜਿਹੜਾ ਕਿ ਅੱਛਾ ਹੈ ਇਹਨਾਂ ਸਥਿਤੀਆਂ ਦੇ ਵਿੱਚੋਂ, एनवायरनमेंट चंगा है उसका घरेलू हो गया, ठीक है, ਜਾਂ उसकी समाजिक स्थिति ਜਾਂ ਆਰਥਿਕ ਸਥਿਤੀ, ਜਾਂ ਅਗਰ ਅਸੀਂ ਉੱਥੇ ਉਹਨੂੰ ਕਹਿ ਸਕਦੇ ਹਾਂ ਅਡਾਪਟ ਕਰਵਾ ਦਿੰਦੇ ਹਾਂ ਤਾਂ ਉਸ ਦੇ ਆਈਕਿਊ ਲੈਵਲ ਦੇ ਵਿੱਚ ਪਰਿਵਰਤਨ ਹੋਣਾ ਸੁਭਾਵਿਕ ਹੈ ਕਿਉਂਕਿ ਉਹਨੂੰ ਸਾਰੀਆਂ ਚੀਜ਼ਾਂ ਮਿਲਣਗੀਆਂ ਔਰ ਉਸ ਦੇ ਅਨੁਕੂਲ ਹੋਣਗੀਆਂ ਜਿਸ ਕਾਰਨ ਕਰਕੇ ਉਸਦੀ ਬੁੱਧੀ ਦੇ ਵਿੱਚ ਵਾਧਾ ਹੋਣਾ ਉਹ ਸੁਭਾਵਿਕ ਗੱਲ ਹੈ ਕਿਉਂਕਿ ਟੈਨਸ਼ਨ ਨਹੀਂ ਹੋਣੀ ਉਹਨਾਂ ਨੂੰ ਕਹਿਣਾ ਇਹ ਚੀਜ਼ ਹੋ ਜਾਊਗੀ। ਇਸ ਤੋਂ ਇਲਾਵਾ ਮੁਨਰੋ ਨੇ ਵੀ ਇਸ ਗੱਲ ਨੂੰ ਜਿਹੜਾ ਸਪਸ਼ਟ ਕੀਤਾ ਹੈ ਕਿ ਜਿਹੜਾ ਇੱਕ ਬੱਚੇ ਦੀ ਇੰਟੈਲੀਜੈਂਸ ਦੇ ਉੱਪਰ ਜਿਹੜਾ ਐਨਵਾਇਰਨਮੈਂਟ ਹੈ ਉਹ ਬਹੁਤ ਇਫੈਕਟ ਜਿਹੜਾ ਪਾਉਂਦਾ ਹੈਗਾ। चौथा है शहरी बनाम पेंडू वातावरण। सो ये भी एक इंपॉर्टेंट फैक्टर है कि ਜਿਹੜੇ ਸ਼ਹਿਰੀ ਬੱਚੇ ਹੁੰਦੇ ਨੇ ਉਹਨਾਂ ਦਾ ਬੁੱਧੀ ਅੰਕ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਅਤੇ ਪੇਂਡੂ ਬੱਚਿਆਂ ਦਾ ਘੱਟ ਹੁੰਦਾ ਹੈ। ਸੋ ਇਹ ਅਧਿਐਨ ਜਿਹੜਾ ਉਹ ਮੈਕ ਨਿਮਿਆਰ ਨੇ ਕੀਤਾ ਸੀ। ਕਾਰਨ ਇਹ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖਣ ਦੇ ਲਈ ਹੁੰਦੀਆਂ ਨੇ, ਬੱਚਿਆਂ ਦੇ ਪੇਰੈਂਟਸ ਐਜੂਕੇਟਡ ਹੁੰਦੇ ਹੈਗੇ ਨੇ ਨਾ, ਉਹ ਨਵੇਂ ਜਿਹੜੇ ਕਹਿ ਸਕਦੇ ਨੇ ਗੱਲਾਂ ਬਾਤਾਂ ਦੱਸਦੇ ਨੇਗੇ। ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਐਨਵਾਇਰਨਮੈਂਟ ਕੁਛ ਅਜਿਹਾ ਹੁੰਦਾ ਕਿ ਉਹ ਐਜੂਕੇਸ਼ਨ ਟਾਈਪ ਦਾ ਲਾ ਲਵੋ ਹੈ ਨਾ, ਜਾਂ ਸਾਰੇ ਰਿਸੋਰਸ ਜਿਹੜੇ ਆ ਉਹ ਮਿਲਦੇ ਹੈਗੇ ਨੇ ਜਿਹੜੇ ਕਿ ਸਿੱਖਣ ਦੇ ਲਈ ਬੱਚੇ ਨੂੰ ਪ੍ਰੇਰਿਤ ਕਰਦੇ ਹੈਗੇ ਨੇ। ਇਸ ਕਰਕੇ ਉਹਨਾਂ ਬੱਚਿਆਂ ਦਾ ਜਿਹੜਾ ਸਟੈਂਡਰਡ ਹੈ ਇਕੁ ਲੈਵਲ ਹੈ ਉਹ ਜ਼ਿਆਦਾ ਹੁੰਦਾ ਹੈ ਅਤੇ ਪੇਂਡੂ ਲੈਵਲ ਦੇ ਜਿਹੜੇ ਬੱਚੇ ਨੇ ਹੈ ਨਾ ਸੋ ਖੇਤਾਂ ਦੇ ਕੰਮ ਕਰਨ ਵਾਲੇ ਜਾਂ ਘਰ ਦੇ ਵਿੱਚ ਕੰਮ ਕਰਨ ਵਾਲੇ ਹੀ ਹੁੰਦੇ ਨੇ। ਸੋ ਇਸ ਕਾਰਨ ਕਰਕੇ ਉਹਨਾਂ ਦਾ ਜਿਹੜਾ ਇਕੁ ਲੈਵਲ ਵੀ ਥੋੜ੍ਹਾ ਜਿਹਾ ਡਾਊਨ ਰਹਿੰਦਾ ਹੈ। ਪੰਜਵਾਂ ਹੈ ਕਿੱਤਾ ਅਤੇ ਬੁੱਧੀ ਲਪਤੀ। ਸੋ ਆਕੂਪੇਸ਼ਨ ਵੀ ਜਿਹੜਾ ਹੈ ਕਹਿੰਦੇ ਨਾ ਕਿਤੇ ਇਫੈਕਟ ਕਰਦਾ ਹੈ ਸਾਡੇ ਆਈਕਿਊ ਲੈਵਲ ਨੂੰ। ਸੋ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ ਕਿਹੜੇ ਨੇ। ਸੋ ਜਿਵੇਂ ਕਿ ਆਰਮੀ ਐਲਫ ਪ੍ਰੀਖਿਆ ਲਈ ਗਈ ਸੀ ਜਿਸ ਦੇ ਵਿੱਚ ਇਹਨਾਂ ਨੇ ਇਹ ਗੱਲ ਸਾਬਤ ਕੀਤੀ ਸੀਗੀ ਕਿ ਜਿਵੇਂ ਇੰਜੀਨੀਅਰ ਹੋ ਗਏ, ਵਕੀਲ ਹੋ ਗਏ, ਠੀਕ ਆ, ਅਧਿਆਪਕ ਹੋ ਗਏ, ਵਪਾਰੀ ਅਧਿਕਾਰੀ ਹੋ ਗਏ ਜਾਂ ਡਾਕਟਰ ਹੋ ਗਏ, ਇਹਨਾਂ ਨੇ ਸਭ ਤੋਂ ਜ਼ਿਆਦਾ ਅੰਕ ਜਿਹੜੇ ਉਹ ਪ੍ਰਾਪਤ ਕੀਤੇ ਨੇ। ਯਾਨੀ ਕਿ ਇਹਨਾਂ ਦੇ ਬੱਚੇ ਜਿਹੜੇ ਹੋਣਗੇ ਉਹ ਜ਼ਿਆਦਾਤਰ ਜਿਹੜੇ ਕਹਿ ਸਕਦੇ ਹੈਗੇ ਇਹਨਾਂ ਦਾ ਆਈਕਿਊ ਲੈਵਲ ਜ਼ਿਆਦਾ ਰਹੂ ਔਰ ਇਸ ਪੇਸ਼ੇ ਦੇ ਵਿੱਚ ਜਿਹੜੇ ਪਏ ਹੋਣਗੇ ਵਿਅਕਤੀ ਉਹਨਾਂ ਦਾ ਆਈਕਿਊ ਲੈਵਲ ਵੀ ਜ਼ਿਆਦਾ ਹੋਊਗਾ ਕਿਉਂਕਿ ਉਹ ਇਸ ਦੇ ਵਿੱਚ ਕੰਮ ਹੀ ਸਾਰਾ ਦਿਨ ਜਿਹੜਾ ਕਹਿ ਸਕਦੇ ਆਈਕਿਊ ਵਾਲਾ ਕਰਦਾ ਹੈ, ਇੰਟੈਲੀਜੈਂਸੀ ਵਾਲਾ ਕਰਦੇ ਹੈਗੇ। ਸੋ ਇਸ ਕਰਕੇ ਇੱਥੇ ਇਹਨਾਂ ਦਾ ਆਈਕਿਊ ਲੈਵਲ ਜਿਹੜਾ ਉਹ ਹਾਈ ਰਹਿੰਦਾ ਹੈਗਾ ਗਾ, ਠੀਕ ਹੈ। ਫਿਰ ਇਹਨਾਂ ਦੇ ਮਗਰੋਂ ਇਹਨਾਂ ਨੇ ਫੋਟੋਗ੍ਰਾਫਰ ਹੋ ਗਿਆ, ਬਾਹੀ ਖਾਤਿਆਂ ਦੇ ਵਿੱਚ ਜਿਹੜੇ ਰਿਕਾਰਡ ਰੱਖਦੇ ਹੈਗੇ ਨੇਗੇ, ਠੀਕ ਹੈ, ਜਾਂ ਸਿਪਾਹੀ ਜਿਹਨੂੰ ਪੁਲਿਸਮੈਨ ਕਿਹਾ ਜਾਂਦਾ। ਸੋ ਇਹਨਾਂ ਦਾ ਇਸ ਤੋਂ ਬਾਅਦ ਸਥਾਨ ਆਉਂਦਾ ਹੈ। ਪਹਿਲੇ ਨੰਬਰ ਦੇ ਉੱਪਰ ਇੰਜੀਨੀਅਰ, ਵਕੀਲ, ਅਧਿਆਪਕ ਅਤੇ ਵਪਾਰੀ ਅਤੇ ਡਾਕਟਰ ਹੀ ਆਉਂਦੇ ਹੈਗੇ ਨੇਗੇ। ਫਿਰ ਤੀਸਰੀ ਸਟੇਜ ਦੇ ਵਿੱਚ ਆਉਂਦੇ ਨੇ ਨਾਈ, ਮਜ਼ਦੂਰ, ਫਾਇਰਮੈਨ। ਸੋ ਇਹ ਸਭ ਤੋਂ ਹੇਠਲੇ ਦੇ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਦਾ ਕੋਈ ਫੋਕਸ ਹੀ ਨਹੀਂ ਹੁੰਦਾ। ਸੋ ਇਹਨਾਂ ਕੋਲ ਨਾ ਹੀ ਟਾਈਮ ਹੁੰਦਾ ਅਤੇ ਨਾ ਹੀ ਇਹਨਾਂ ਦਾ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਹੋਊਗਾ ਜਿਹਦੇ ਨਾਲ ਇਹ ਕਿਸੇ ਤਰ੍ਹਾਂ ਦੀ ਐਜੂਕੇਸ਼ਨ ਜਿਹੜੀ ਆ ਉਹ ਲੈ ਸਕਣ ਹੈ ਨਾ ਅਤੇ ਆਪਣਾ ਆਈਕਿਊ ਲੈਵਲ ਜਿਹੜਾ ਉਹ ਹਾਈ ਕਰ ਸਕਣ। ਸੋ ਇਹ ਵੀ ਇੱਕ ਇਫੈਕਟ ਜਿਹੜਾ ਪਾਉਂਦਾ ਹੈਗਾ ਗਾ। ਓਕੇ, ਸੋ ਇਹ ਜਿਹੜੇ ਸਾਰੇ ਦੇ ਸਾਰੇ ਫੈਕਟਰ ਨੇਗੇ ਜਿਹੜੇ ਸਾਡੀ ਬੁੱਧੀ ਦੇ ਉੱਪਰ ਇਫੈਕਟ ਪਾਉਂਦੇ ਨੇ ਜਿਹਦੇ ਨਾਲ ਸਾਡੀ ਆਈਕਿਊ ਲੈਵਲ ਜਿਹੜਾ ਹੈ ਉਹ ਨਿਰਧਾਰਿਤ ਕੀਤਾ ਜਾਂਦਾ ਹੈ। ਨੈਕਸਟ ਹੈ ਬੁੱਧੀ ਲਬਧੀ ਵਿਚਾਰਧਾਰਾ ਦੀਆਂ ਸੀਮਾਵਾਂ। ਸੋ ਲਿਮਿਟੇਸ਼ਨ ਇਸ ਦੀਆਂ ਕੀ ਨੇ ਕਿ ਵਿਸ਼ਵਾਸਯੋਗ ਨਹੀਂ ਹੈਗੀ ਇਹ, ਠੀਕ ਹੈ, ਕਿ ਕਿਸੇ ਵੀ ਪ੍ਰੀਖਿਆ ਤੋਂ ਪ੍ਰਾਪਤ ਬੁੱਧੀ ਲਬਧੀ ਵਿਸ਼ਵਾਸਯੋਗ ਨਹੀਂ ਹੈ। ਸੋ ਇਹ ਕਦੇ ਵੀ ਕੁਐਸਚਨ ਨਹੀਂ ਹੁੰਦੇ ਬਟ ਇੱਕ ਐਜ਼ ਏ ਥਿਓਰੀ ਮੈਂ ਤੁਹਾਨੂੰ ਇਹ ਐਡ ਕੀਤੇ ਨੇ। ਸੋ ਪਿਛਲੇ ਸਾਰੇ ਪੁਆਇੰਟ ਜਿਹੜੇ ਉਹ ਸਾਰੇ ਇੰਪੋਰਟੈਂਟ ਨੇ, ਉਹਨਾਂ ਦੇ ਵਿੱਚੋਂ ਕੁਛ ਵੀ ਕੁਐਸਚਨ ਆ ਸਕਦਾ ਬਟ ਇਹ ਤੁਹਾਨੂੰ ਨਾ ਪੂਰੀ ਥਿਓਰੀ ਨੂੰ ਕੰਪਲੀਟ ਕਰਨ ਦੇ ਲਈ ਜਿਹੜਾ ਇਹ ਪਾਰਟ ਮੈਂ ਐਡ ਕਰਦਾ ਹੁੰਦਾ ਹੈ। ਸੋ ਇਹ ਪਰਿਵਰਤਨਸ਼ੀਲ ਹੈ। ਸੋ ਮੀਨਸ ਕਿ ਜਦੋਂ ਤੱਕ ਇੱਕ ਪ੍ਰੀਖਿਆ ਦੁਆਰਾ ਕਈ ਵਾਰ ਇੱਕ ਵਿਅਕਤੀ ਦੀ ਪ੍ਰੀਖਿਆ ਲਈ ਜਾਵੇ ਤਾਂ ਬੁੱਧੀ ਲਬਧੀ ਦੇ ਵਿੱਚ ਪਰਿਵਰਤਨ ਹੋਣਾ ਸੁਭਾਵਿਕ ਇੱਥੇ ਮੰਨਿਆ ਜਾਂਦਾ ਹੈ, ਬੁੱਧੀ ਦੀ ਮਾਤਰਾ ਨਹੀਂ। ਬੁੱਧੀ ਲਬਧੀ ਕਿਸੇ ਵਿਅਕਤੀ ਦੀ ਬੁੱਧੀ ਮਾਤਰਾ ਨਹੀਂ ਕਹਾਉਂਦੀ ਹੈਗੀ, ਠੀਕ ਹੈ। ਔਰ ਇਸ ਤੋਂ ਇਲਾਵਾ ਵਾਤਾਵਰਣੀ ਪਰਿਵਰਤਨ ਜਿਹੜਾ ਹੈ ਉਹ ਵਾਤਾਵਰਨ ਦੇ ਪਰਿਵਰਤਨ ਨਾਲ ਬੁੱਧੀ ਲਬਧੀ ਦੇ ਵਿੱਚ ਪਰਿਵਰਤਨ ਇਹ ਵੀ ਹੋਣਾ ਸੁਭਾਵਿਕ ਹੈ। ਸੋ ਮੀਨਸ ਕਿ ਜਿਵੇਂ ਬੱਚੇ ਨੂੰ ਅੱਛਾ ਇਨਵਾਇਰਨਮੈਂਟ ਮਿਲੇਗਾ ਤਾਂ ਉਹ ਐਜੂਕੇਸ਼ਨ ਦੇ ਵਿੱਚ ਜਾਂ ਆਪਣੇ ਆਈਕਿਊ ਲੈਵਲ ਦੇ ਉੱਪਰ ਵੀ ਅੱਪ ਜਾਵੇਗਾ। ਸੋ ਜੇਕਰ ਉਸਦਾ ਇਨਵਾਇਰਨਮੈਂਟ ਮਾੜਾ ਹੈ ਤਾਂ ਉਹ ਸੁਭਾਵਿਕ ਹੈ ਕਿ ਉਸਦਾ ਇਨਵਾਇਰਨਮੈਂਟ ਦੇ ਵਿੱਚੋਂ ਹੀ ਸਭ ਕੁਛ ਉਹ ਸਿੱਖੇਗਾ। ਇਸ ਤੋਂ ਇਲਾਵਾ ਗੈਰਟ ਅਤੇ ਹੋਰ ਵਿਦਵਾਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਚੰਗੇ ਜਾਂ ਬੁਰੇ ਵਾਤਾਵਰਨ ਦੇ ਕਾਰਨ 10 ਬੁੱਧੀ ਅੰਕ ਤੱਕ ਜਾਂ 10 ਫਲ ਵਿੱਚ 5 ਤੋਂ 10 ਅੰਕ ਤੱਕ ਦਾ ਅੰਤਰ ਹੀ ਆ ਸਕਦਾ ਹੈ। ਇਸ ਤੋਂ ਜ਼ਿਆਦਾ ਜਿਹੜਾ ਆਉਣ ਦੀ ਸੰਭਾਵਨਾ ਉਹ ਨਹੀਂ ਹੁੰਦੀ ਹੈਗੀ, ਠੀਕ ਹੈ। ਸੋ ਇਹ ਬੁੱਧੀ ਲਬਧੀ ਦੀਆਂ ਜਾਂ ਆਈਕਿਊ ਲੈਵਲ ਦੀਆਂ ਜਿਹੜੀਆਂ ਸੀਮਾਵਾਂ ਨੇ, ਲਿਮਿਟੇਸ਼ਨਸ ਨੇਗੀਆਂ, ਠੀਕ ਹੈ। ਸੋ ਉਮੀਦ ਕਰਦਾ ਹਾਂ ਇਹ ਸੈਸ਼ਨ ਤੁਹਾਡੇ ਸਾਰਿਆਂ ਦੇ ਲਈ ਹੈਲਪ ਰਿਹਾ ਹੋਊਗਾ
ਔਰ ਬਹੁਤ ਇੰਪੋਰਟੈਂਟ ਹੈਗਾ ਗਾ। ਸੋ ਇਸ ਨੂੰ ਪਲੀਜ਼ ਧਿਆਨ ਦੇ ਨਾਲ ਸਮਝ ਲੈਣਾ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।